ਦਿੱਤਾ ਜਾਵੇ। ਉਹਨਾਂ ਨੇ ਆਪਦੇ ਰੀਜ਼ਨਸ ਦਿੱਤੇ ਨੇਗੇ। ਕਮਿਊਨਿਟੀ ਇਸ ਚੀਜ਼ ਬਾਰੇ ਚਰਚਾ ਕਰ ਰਹੀ ਹੈਗੀ ਹੈ। ਜਿਹੜੀ ਫੈਮਲੀਜ਼ ਨੇ ਉਹਨਾਂ ਨੂੰ ਆਏ ਹੈਗਾ ਫਿਰ ਇਨਸਾਫ ਨਹੀਂ ਮਿਲਣਾ ਹੈਗਾ, ਜਸਟਿਸ ਨਹੀਂ ਮਿਲਣਾ ਹੈਗਾ। ਓਵਰਆਲ ਕਿਉਂ ਫੈਡਰਲ ਸਰਕਾਰ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ। ਅਤੇ ਉਹਨਾਂ ਨੂੰ ਇਹ ਵੀ ਹੈ ਵੀ ਜੋ ਸਭ ਕੁਛ ਵਾਪਰਿਆ, ਜਿਸ ਢੰਗ ਤਰੀਕੇ ਨਾਲ ਉਹ ਵਾਪਰਿਆ ਜੋ ਕੁਛ, ਉਹਦੇ ਬਾਰੇ ਉਹਨਾਂ ਨੂੰ ਕਹਿ ਲਓ ਵੀ ਕਲੈਰਿਟੀ ਹੋਣੀ ਚਾਹੀਦੀ। ਉਹ ਜਾਣਨਾ ਚਾਹੁੰਦੇ ਨੇਗੇ। ਜੇ ਇਹ ਜਿਹੀ ਇਨਫੋਰਮੇਸ਼ਨ ਨਹੀਂ ਸਾਂਝੀ ਕੀਤੀ ਜਾਊਗੀ ਤਾਂ ਉਹਨਾਂ ਨੂੰ ਲੱਗਦਾ ਵੀ ਬੜੇ ਗੈਪਸ ਆ ਜਾਣਗੇ। ਆਲਰੇਡੀ ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਉਹ ਜਵਾਬ ਲੱਭ ਰਹੇ ਨੇਗੇ। ਅਤੇ ਇਹ ਕੀ ਫੈਡਰਲ ਗਵਰਨਮੈਂਟ ਨਾਲ, ਦੀ ਸਰਕਾਰ ਨਾਲ, ਅਟਾਰਨੀ ਜਨਰਲ ਨਾਲ take this feedback back as well, that community ਦਾ ਇਹ ਇੱਕ ਕੰਸਰਨ ਹੈਗਾ ਆ, ਸਪੈਸ਼ਲੀ ਇਸ ਏਰੀਆ ਦੇ ਵਿੱਚ, ਪਰ ਸਾਰੇ ਸਿੱਖਾਂ ਲਈ ਆਈ ਥਿੰਕ ਥਰੂਆਊਟ ਕੈਨੇਡਾ, ਜੋ ਕਾਫੀ ਟਾਈਮ ਤੋਂ ਫੋਰਨ ਇੰਟਰਫੇਰੈਂਸ ਬਾਰੇ ਕੁਝ ਬਿਆਨ ਆਏ ਸੀਗੇ। ਫਿਰ ਹੁਣ ਉਹ ਬਿਆਨ ਜੋ ਹੈ ਨਾਓ ਕਰਕੇ ਚੇਂਜ ਕਰ ਦਿੱਤਾ ਗਿਆ। ਚੇਂਜ ਆਇਆ ਵੀ ਨਾਓ ਨਹੀਂ ਹੋ ਰਹੀ ਹੈਗੀ ਫੋਰਨ ਇੰਟਰਫੇਰੈਂਸ, ਜਾਂ ਉਸ ਰਿਲੇਟਡ ਕ੍ਰਾਈਮ ਨਹੀਂ ਹੋ ਰਿਹਾ ਹੈਗਾ। ਤਾਂ ਲੋਕਾਂ ਨੂੰ ਇਹ ਨਹੀਂ ਸਮਝ ਆ ਰਿਹਾ ਵੀ ਪਹਿਲੀ ਗੱਲ ਨੂੰ ਮੰਨਣ ਜਾਂ ਹੋਣ ਵਾਲੀ ਨੂੰ ਮੰਨਣ। ਇੱਕ ਮਿਸਟਰਸਟ ਕਹਿ ਲਓ ਵੀ ਪੈਦਾ ਹੋ ਰਿਹਾ ਹੈਗਾ ਬਹੁਤ ਜ਼ਿਆਦਾ, ਅਤੇ ਡਾਇਲੈਮਾ ਵੀ ਹੈ, ਕਨਫਿਊਜ਼ਨ ਵੀ ਹੈ। ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਕਿਹੜੀ ਚੀਜ਼ ਸਹੀ ਹੈ, ਕਿਹੜੀ ਗਲਤ ਹੈਗੀ ਹੈ। ਦੇ ਆਰ ਲੁਕਿੰਗ ਫॉर ਕਲੈਰਿਟੀ ਵੀ ਚਾਹੇ ਜੋ ਵੀ ਗੱਲ ਹੋਵੇ, ਜੋ ਵੀ ਸਰਕਾਰ ਦੇ ਰੀਜ਼ਨਸ ਹੋਣ ਜਾਂ ਜੋ ਵੀ ਇਨਫੋਰਮੇਸ਼ਨ ਹੋਵੇ, ਮੈਰਿਟ 'ਤੇ ਉਹਨਾਂ ਨੂੰ ਪਤਾ ਤਾਂ ਲੱਗੇ ਵੀ ਅਸਲ ਕੀ ਹੈ। ਉਹਨਾਂ ਦੇ ਕਨਫਿਊਜ਼। ਤਾਂ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬੀ ਕਮਿਊਨਿਟੀ ਨੂੰ? ਕੇਸ ਹੈਗਾ ਉਹਨੂੰ ਫੋਰਨ ਇੰਟਰਫੇਰੈਂਸ ਦੇ ਨਾਲ ਕੁਐਸਚਨ ਕਰਦੇ ਹੈਗੇ ਆ ਵੀ ਉਹ ਫੋਰਨ ਇੰਟਰਫੇਰੈਂਸ ਦੇ ਨਾਲ ਜਿਹੜੀਆਂ ਵੀ ਐਕਸਟੋਰਸ਼ਨਸ ਹੋ ਰਹੀਆਂ ਹੈਗੀਆਂ ਨੇ ਜੁੜਿਆ ਹੋਇਆ ਹੈਗਾ ਕਿ ਨਹੀਂ। in that regard ਆਪਣੀ law enforcement agencies ਜਿਹੜੀਆਂ on the ground investigate ਕਰ ਰਹੇ ਹੈਗੇ ਆ ਇਹਨਾਂ ਐਕਸਟੋਰਸ਼ਨ ਕੇਸਿਸ ਨੂੰ, ਉਹ ਕਹਿ ਰਹੇ ਆ ਵੀ ਉਹਨਾਂ ਨੂੰ ਕੋਈ ਡਾਇਰੈਕਟ ਲਿੰਕ ਇਸ ਵਕਤ ਉਹਨਾਂ ਕੋਲ ਕੋਈ ਐਵੀਡੈਂਸ ਨਹੀਂ ਹੈਗਾ ਕੋਈ ਡਾਇਰੈਕਟ ਲਿੰਕ ਦਾ with foreign interference ਜਿਹੜਾ ਕੋਈ ਸਟੇਟ ਲੈਵਲ ਤੋਂ ਆ ਰਿਹਾ ਹੋਵੇ ਇਹਨਾਂ ਐਕਸਟੋਰਸ਼ਨ ਕੇਸਿਸ ਦਾ। ਸਾਰੀ ਚੀਜ਼ ਨੂੰ ਫੋਰਨ ਇੰਟਰਫੇਰੈਂਸ ਬਣਾਉਣਾ ਚਾਹੁੰਦੇ ਹੈਗੇ ਆ ਕੁਛ ਲੋਕ, ਹੈ ਨਾ। ਅਤੇ the reality is that we don't have evidence for everything. ਅਤੇ ਫੈਡਰਲ ਸਰਕਾਰ ਦੀ ਪੰਜਾਬੀ ਕਮਿਊਨਿਟੀ ਤੋਂ ਕੀ ਐਕਸਪੈਕਟ? ਇੰਡੀਅਨ ਕਮਿਊਨਿਟੀ ਦੇ ਖਿਲਾਫ ਰੇਸਿਜ਼ਮ ਅਤੇ ਹੇਟ ਵੀ ਵੱਧ ਰਿਹਾ ਹੈਗਾ। ਤੁਹਾਨੂੰ ਵੀ ਰਿਪੋਰਟਸ ਮਿਲ ਰਹੀਆਂ ਨੇਗੀਆਂ, ਅਤੇ ਸਰਕਾਰ ਇਸ 'ਤੇ ਕੀ ਕੰਮ ਕਰ ਰਹੀ ਹੈ ਵੀ ਇਹ ਘਟੇ? ਕਿਉਂਕਿ ਇਨਵਾਇਰਮੈਂਟ ਅਜਿਹਾ ਹੈਗਾ ਕਿ ਬਹੁਤ ਜ਼ਿਆਦਾ ਹੇਟਫੁਲ ਕਮੈਂਟਸ ਹੋ ਰਹੇ ਨੇ। ਇੱਕ ਨਿੱਕੀ ਜਿਹੀ ਵੀਡੀਓ ਵਾਇਰਲ ਕਰਕੇ ਸਾਰੀ ਕਮਿਊਨਿਟੀ ਟਾਰਗੇਟ ਹੋ ਜਾਂਦੀ ਹੈਗੀ ਹੈ। ਉਹ ਵਨ ਇੰਡੀਵਿਜੂਅਲ ਆਈਸੋਲੇਟਡ ਕੇਸ ਹੋ ਸਕਦਾ ਹੈਗਾ। ਤਾਂ ਸਰਕਾਰ ਇਸ ਨੂੰ ਰੋਕਣ ਲਈ ਰੂਬੀ ਸੋਤਾ ਜੀ ਸ਼ੋਅ 'ਚ ਸ਼ਾਮਲ ਹੋ ਰਹੇ ਨੇਗੇ, ਸਟੂਡੀਓ ਪਹੁੰਚ ਚੁੱਕੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਓਵਰਆਲ ਕੈਨੇਡਾ ਭਰ ਦੇ ਵਿੱਚ ਕ੍ਰਾਈਮ ਦਾ ਕੀ ਸੀਨ ਹੈਗਾ, ਸਰਕਾਰ ਕੀ ਕੁਛ ਕਰ ਰਹੀ ਹੈਗੀ ਹੈ, ਕਮਿਊਨਿਟੀ ਨੂੰ ਉਹਨਾਂ ਦਾ ਕੀ ਮੈਸੇਜ ਹੈਗਾ। ਰੂਬੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੇਰੇ ਪੰਜਾਬ ਰੇਡੀਓ 'ਤੇ ਮਾਰਨਿੰਗ ਸ਼ੋਅ 'ਤੇ। ਤੁਹਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਸ਼ੁਭਕਰਮਨ, ਥੈਂਕ ਯੂ ਫॉर ਰੀਚਿੰਗ ਆਊਟ ਐਂਡ ਹੈਵਿੰਗ ਮੀ ਔਨ ਯੋਰ ਸ਼ੋਅ। ਥੈਂਕ ਯੂ, ਤੁਸੀਂ ਸਮਾਂ ਕੱਢਿਆ। ਆਈ ਨੋ ਤੁਸੀਂ ਸ਼ਾਰਟ ਔਨ ਟਾਈਮ ਹੈਗੇ ਹੋ, ਬੜਾ ਟਾਈਟ ਸਕੈਜੂਲ ਹੈ, ਬਟ ਫਿਰ ਵੀ ਤੁਸੀਂ ਆਏ ਹੈਗੇ ਹੋ ਲਈ ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਐਜ਼ ਸੈਕਟਰੀ ਆਫ ਸਟੇਟ ਕ੍ਰਾਈਮ, ਓਵਰਆਲ ਕੈਨੇਡੀਅਨ ਕ੍ਰਾਈਮ ਦੀ ਕੀ ਅੰਡਰਸਟੈਂਡਿੰਗ ਹੋ ਰਹੀ ਹੈ ਜੀ ਹੁਣ? ਕਿੱਦਾਂ ਦਾ ਕ੍ਰਾਈਮ ਹੋ ਰਿਹਾ ਹੈਗਾ ਅਤੇ ਸਰਕਾਰ ਉਹਦੇ ਲਈ ਕੀ ਕੁਛ ਕਰ ਰਹੀ ਹੈ? ਸੋ ਅਸੀਂ ਇੱਕ ਫੈਡਰਲ ਪਰਸਪੈਕਟਿਵ ਤੋਂ ਚੀਜ਼ਾਂ ਦੇਖਦੇ ਹੈਗੇ ਆ। ਆਈ ਨੋ ਤੁਹਾਡੇ ਇੱਥੇ ਲੋਕਲ ਇਸ਼ੂਜ਼ ਵੀ ਹੈਗੇ ਆ, ਸੋ ਦੋਜ਼ ਆਰ ਵੈਰੀ ਇੰਪੋਰਟੈਂਟ ਟੂ ਮੀ, ਜਿਹੜੇ ਤੁਹਾਡੇ ਇੱਥੇ ਲੋਅਰ ਮੇਨਲੈਂਡ ਦੇ ਵਿੱਚ ਜਿਹੜੇ ਇਸ਼ੂਜ਼ ਹੈਗੇ ਨੇ, ਪਰ ਡਿਫਰੈਂਟ ਰੀਜਨਸ ਦੇ ਵਿੱਚ ਡਿਫਰੈਂਟ ਇਸ਼ੂਜ਼ ਹੈਗੇ ਨੇ। ਸੋ ਅਰਾਊਂਡ ਦ ਕੰਟਰੀ ਜੋ ਰੂਰਲ ਏਰੀਆਜ਼ ਦੇ ਕੰਸਰਨ ਹੈਗੇ ਨੇ ਉਹ ਡਿਫਰੈਂਟ ਨੇ, ਉਹ ਰਿਸਪੌਂਸ ਟਾਈਮ ਦੇ ਹੈਗੇ ਨੇ, ਪੁਲਿਸ ਫੋਰਸ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ ਕਿ ਨਹੀਂ। ਐਡਿਕਸ਼ਨਸ, ਮੈਂਟਲ ਹੈਲਥ ਕਾਫੀ ਵੱਡਾ ਇਸ਼ੂ ਹੈਗਾ ਆ। ਉਹ ਭਾਵੇਂ ਪਬਲਿਕ ਸੇਫਟੀ ਦੇ ਡਾਇਰੈਕਟ ਥੱਲੇ ਨਹੀਂ ਆਉਂਦਾ ਹੈਗਾ, ਪਰ ਉਹਦਾ ਇੰਪੈਕਟ ਪਬਲਿਕ ਸੇਫਟੀ 'ਤੇ ਪੈ ਰਿਹਾ ਹੈਗਾ ਆ। ਇਟਸ ਅ ਹੈਲਥ ਇਸ਼ੂ, ਅ ਲੋਟ ਆਫ ਦੋਜ਼ ਥਿੰਗਸ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਨਾਲ ਜੁੜੀਆਂ ਹੋਈਆਂ ਨੇ। ਸੋ ਮਾਈ ਜੋਬ ਜਿਹੜਾ ਇੱਕ ਨਵਾਂ ਰੋਲ ਬਣਿਆ ਸੀਗਾ ਸੈਕਟਰੀ ਆਫ ਸਟੇਟ ਫॉर ਕੰਬੈਟਿੰਗ ਕ੍ਰਾਈਮ ਇਜ਼ ਰੀਅਲੀ ਫੋਕਸ ਕਰਨਾ ਵੀ ਆਪਣੇ ਜਿੰਨੇ ਵੀ ਪਬਲਿਕ ਸੇਫਟੀ ਐਂਡ ਜਸਟਿਸ ਦੇ ਪੀਸਿਸ ਆਫ ਲੈਜਿਸਲੇਸ਼ਨ ਨੇ, ਆਪਾਂ ਆਪਣੇ ਕਾਨੂੰਨਸ ਨੂੰ ਕਿਸ ਤਰ੍ਹਾਂ ਅਪਡੇਟ ਕਰ ਸਕਦੇ ਹੈਗੇ ਆ ਹੋਣ ਵਾਲੇ ਟਾਈਮ ਦੇ ਲਈ। ਐਂਡ ਕਾਫੀ ਇਹ ਮੰਗ ਵੀ ਹੈਗੀ ਸੀਗੀ ਲੋਕਾਂ ਦੀ ਵੀ ਅਪਡੇਟ ਦੀ ਲੋੜ ਹੈਗੀ ਆ, ਐਂਡ ਈਵਨ ਫਰਮ ਲੋਕਲ ਪੁਲਿਸ ਏਜੰਸੀਜ਼। ਸੋ ਪਿਛਲੇ ਸਮਰ ਤੋਂ ਲੈ ਕੇ ਹੁਣ ਤੱਕ ਵੀਵ ਗੈਦਰਡ ਲੋਟਸ ਆਫ ਡਿਫਰੈਂਟ ਇਨਫੋਰਮੇਸ਼ਨ, ਰੈਕਮੈਂਡੇਸ਼ਨਸ, ਪਰ ਸਿਰਫ ਗੱਲਾਂ ਹੀ ਨਹੀਂ ਕੀਤੀਆਂ ਹੈਗੀਆਂ। ਵੀ ਹੈਵ 8 ਡਿਫਰੈਂਟ ਬਿਲਸ ਜਿਹੜੇ ਅਸੀਂ ਹਾਊਸ ਆਫ ਕਾਮਨਸ ਦੇ ਥਰੂ
ਮੋਸਟਲੀ ਸਾਰੇ ਪਾਸ ਹੋਏ ਹੈਗੇ ਹਾਊਸ ਆਫ ਕਾਮਨਸ ਦੇ ਥਰੂ, ਕੁਛ ਹਜੇ ਸੈਨੇਟ ਦੇ ਵਿੱਚ ਜਾ ਰਹੇ ਨੇ। ਵਨ ਬਿੱਲ ਹਜੇ ਹਾਊਸ ਆਫ ਕਾਮਨਸ 'ਚ ਜਿਹੜਾ ਸਭ ਤੋਂ ਰੀਸੈਂਟ ਅਸੀਂ ਲਿਆਂਦਾ ਹੈਗਾ ਲੌਫੁਲ ਐਕਸੈਸ 'ਤੇ, ਉਹ ਹੁਣ ਕਮੇਟੀ ਪ੍ਰੋਸੈਸ ਦੇ ਥਰੂ ਚੱਲ ਰਿਹਾ ਹੈਗਾ ਹਾਊਸ ਆਫ ਕਾਮਨਸ ਦੇ ਵਿੱਚ। ਆਈ ਥਿੰਕ ਉਹ ਸਭ ਤੋਂ ਜ਼ਿਆਦਾ ਇੱਕ ਇੰਪੋਰਟੈਂਟ ਅਪਡੇਟ ਹੈਗਾ ਆ ਆਪਣੇ ਕਾਨੂੰਨ ਦਾ। ਇਹ ਪੁਲਿਸ ਨੂੰ ਟੂਲਸ ਦਊਗਾ ਇਹ ਜਿਹੜਾ ਬਿੱਲ ਹੈਗਾ ਆ, ਸੋ ਦੈਟ ਉਹ ਜਿਹੜੇ IP ਐਡਰੈਸਿਸ ਹੈਗੇ ਨੇ ਜਾਂ ਜਿਹੜੀ ਵੀ ਆਪਾਂ ਹੁਣ ਟੈਕਨੋਲੋਜੀ ਯੂਜ਼ ਕਰਦੇ ਹੈਗੇ ਆ, ਉਹ ਸਕਰੀਨ ਦੇ ਮਗਰ ਸਾਈਬਰ ਸਿਕਿਉਰਿਟੀ ਦੇ ਕ੍ਰਾਈਮਸ ਬਹੁਤ ਹੋ ਰਹੇ ਹੈਗੇ ਆ, ਫਰਾਡ ਹੋ ਰਿਹਾ ਹੈਗਾ ਇਸ ਤਰੀਕੇ ਦੇ ਨਾਲ। ਆਪਣੇ ਜਿਹੜੇ ਐਕਸਟੋਰਸ਼ਨਸ ਦਾ ਇਸ਼ੂ ਸੀਗਾ ਕੰਟੀਨਿਊ ਹੋ ਰਿਹਾ ਹੈਗਾ ਆ ਕਈ ਜੁਰਿਸਡਿਕਸ਼ਨਸ ਦੇ ਵਿੱਚ। ਉਸ 'ਤੇ ਇਨਵੈਸਟੀਗੇਸ਼ਨਸ ਜ਼ਿਆਦਾ ਤੇਜ਼ੀ ਦੇ ਨਾਲ ਕਰਨ ਲਈ ਇਹ ਕਾਫੀ ਉਹਨਾਂ ਨੂੰ ਪੁਲਿਸ ਨੂੰ ਅਸਿਸਟ ਕਰੂਗਾ, ਸੋ ਦੈਟ ਉਹਨਾਂ ਨੂੰ ਪਤਾ ਲੱਗ ਸਕੇ ਜਲਦ ਤੋਂ ਜਲਦ ਵੀ ਭਾਵੇਂ ਜਿਹੜੇ ਸਪੂਫਡ ਨੰਬਰਸ ਵੀ ਹੈਗੇ ਨੇ ਵੀ ਉਹ ਕਿੱਥੇ ਕਿਸ ਜੁਰਿਸਡਿਕਸ਼ਨ ਦੇ ਵਿੱਚੋਂ ਆ ਰਹੇ ਹੈਗੇ ਨੇ ਅਤੇ ਕਿਹੜੇ ਟੈਲੀਕਾਮ ਕੰਪਨੀ ਦੇ ਨਾਲ ਕਨੈਕਟਡ ਹੈਗੇ ਨੇ। It will help with child exploitation cases as well, ਕਿਉਂਕਿ online exploitation ਦੇ through ਪਹਿਲਾਂ ਸ਼ੁਰੂ ਇਸ ਤਰ੍ਹਾਂ ਹੁੰਦੀ ਹੈਗੀ ਆ ਅਤੇ sometimes ਉਹ human trafficking ਦੇ ਵਿੱਚ ਵੀ ਗੱਲ ਪਹੁੰਚ ਜਾਂਦੀ ਹੈਗੀ ਆ। So there's been many things ਜਿਹੜੀ ਅਸੀਂ ਕਾਨੂੰਨ ਦੇ ਚੇਂਜਸ ਕਰ ਰਹੇ ਹਾਂ। ਬੇਲ ਰਿਫੋਰਮ ਵੀ ਸੈਨੇਟ ਦੇ ਵਿੱਚ ਇਸ ਵਕਤ ਉਹ ਬਿੱਲ ਚੱਲ ਰਿਹਾ ਹੈਗਾ ਆ, ਜਿਹੜਾ ਜਿਹਦੇ ਵਿੱਚ I would say sentences ਦੀ ਵੀ ਸਖਤੀ ਕੀਤੀ ਜਾ ਰਹੀ ਹੈਗੀ ਆ ਕਾਫੀ ਏਰੀਆਜ਼ ਦੇ ਵਿੱਚ, ਅਤੇ ਬਿੱਲ ਨੂੰ ਸਖਤ ਕੀਤਾ ਜਾ ਰਿਹਾ ਹੈਗਾ ਆ। ਸੋ ਸਾਈਬਰ ਸਿਕਿਉਰਿਟੀ ਦਾ ਵੀ ਬਿੱਲ ਹੈਗਾ। there's many 8 different bills ਜਿਹੜੇ ਅਸੀਂ ਲੈ ਕੇ ਆਏ ਹੈਗੇ ਆ। And this is not the end, we're doing more as well. ਹੁਣੀ ਅਸੀਂ economic update ਦੇ ਵਿੱਚ ਇੱਕ ਨਵੀਂ ਏਜੰਸੀ ਅਨਾਊਂਸ ਕੀਤੀ ਹੈਗੀ ਆ ਜਿਹੜੀ ਫਾਈਨੈਂਸ਼ੀਅਲ ਕ੍ਰਾਈਮਸ ਏਜੰਸੀ ਹੈਗੀ ਆ, ਐਂਡ ਉਹਦੇ ਵਿੱਚ ਐਕਸਟਰਾ ਫੰਡਿੰਗ ਵੀ ਦਿੱਤੀ ਜਾ ਰਹੀ ਹੈਗੀ ਆ ਸਿਕਿਉਰਿਟੀ ਪ੍ਰੋਗਰਾਮਸ ਦੇ ਲਈ। ਸੋ we're changing laws, but we're also creating the ability and capability for people to protect themselves and for our federal government to be able to trace, ਕਿਉਂਕਿ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਹੈਗਾ ਆ ਉਹ mostly other than crimes of passion and ਹੋਰ ਜਿਹੜਾ domestic violence ਹੁੰਦਾ ਹੈਗਾ ਆ, that's organized crime behind it, and ਉਹ monetary profit ਲਈ ਇਸ ਕ੍ਰਾਈਮ ਦੇ ਵਿੱਚ ਸ਼ਾਮਲ ਹੁੰਦੇ ਹੈਗੇ ਨੇ। and so ਉਹ profit ਨੂੰ ਕੱਟ ਆਫ ਕਰਨ ਲਈ ਕਾਫੀ ਅਸੀਂ ਚੇਂਜਸ ਲੈ ਕੇ ਆਏ ਹੈਗੇ ਆ। ਮਨੀ ਲਾਂਡਰਿੰਗ ਦੇ ਵੀ ਚੇਂਜਸ ਪਿਛਲੇ ਬਜਟ ਦੇ ਵਿੱਚ ਵੀ ਸੀਗੇ, ਸੋ ਦੈਟ ਤੁਸੀਂ ਕੈਸ਼ ਟ੍ਰਾਂਸਫਰ ਨਹੀਂ ਕਰ ਸਕਦੇ ਈਜ਼ੀਲੀ। ਹੁਣ ਇਸ ਫਾਈਨੈਂਸ਼ੀਅਲ ਕ੍ਰਾਈਮਸ ਏਜੰਸੀ ਦੇ ਵਿੱਚ ਅਸੀਂ ਪ੍ਰੋਸੀਕਿਊਟਰਸ ਨੂੰ ਵੀ ਪੈਸੇ ਦੇ ਰਹੇ ਹੈਗੇ ਆ, ਸੋ ਦੈਟ ਉਹ ਫਾਈਨੈਂਸ਼ੀਅਲ ਕ੍ਰਾਈਮਸ 'ਤੇ ਫੋਕਸ ਕਰ ਸਕਣ, ਐਂਡ ਜਿਹੜੇ ਸਭ ਤੋਂ ਸੀਰੀਅਸ ਕ੍ਰਾਈਮਸ ਨੇ ਉਹਨਾਂ ਨੂੰ ਟੈਕਲ ਕਰ ਸਕਣ। This money that is circulating through our communities, it's very important to put a stop to that, ਕਿਉਂਕਿ ਇਹ terrorist activity ਦੇ ਵਿੱਚ ਵੀ end up ਹੁੰਦੀ ਹੈਗੀ ਆ। This ends up in overseas networks, and so we need to make sure that ਉਸ ਚੀਜ਼ 'ਤੇ ਫੋਕਸ ਹੈਗਾ ਆ। ਪਰ ਅੱਜ ਮੈਂ ਕੁਛ ਕਮਿਊਨਿਟੀ ਗਰੁੱਪਸ ਦੇ ਨਾਲ ਮਿਲਣਾ ਹੀ ਹੈਗੀਆਂ, ਕਿਉਂਕਿ ਆਈ ਡੂ ਵਾਂਟ ਆਪਣੇ ਜਿਹੜੇ ਧਾਰਮਿਕ ਸਥਾਨਾਂ ਹੈਗੀਆਂ ਨੇ, ਭਾਵੇਂ ਉਹ ਸਿੱਖਾਂ ਦੀਆਂ ਹੈਗੀਆਂ ਨੇ ਜਾਂ ਹਿੰਦੂਆਂ ਦੀਆਂ ਜਾਂ ਜੂਇਸ਼ ਕਮਿਊਨਿਟੀ, ਜਿਹੜੀ ਵੀ ਕਮਿਊਨਿਟੀ ਹੈਗੀ ਆ ਜਿਹੜੀ ਆਪਦੇ ਆਪ ਨੂੰ ਇੱਕ ਆਈਡੈਂਟੀਫਾਈਏਬਲ ਗਰੁੱਪ ਹੈਗਾ ਆ, ਐਂਡ ਉਹ ਕੋਈ ਰਿਸਕ ਮਹਿਸੂਸ ਕਰ ਰਿਹਾ ਹੈਗਾ ਇਸ ਟਾਈਮ 'ਤੇ, ਉਹ ਇਸ ਫੰਡਿੰਗ ਦੇ ਲਈ ਅਪਲਾਈ ਕਰ ਸਕਦੇ ਆ। ਅਸੀਂ ਐਕਸਟਰਾ $45 million ਪਾ ਰਹੇ ਹੈਗੇ ਆ ਇਸ ਫੰਡਿੰਗ ਦੇ ਵਿੱਚ। ਇਟਸ ਆਲਮੋਸਟ $150 million ਇਨ ਟੋਟਲ। 10 ਮਿਲੀਅਨ ਪਹਿਲਾਂ ਅਨਾਊਂਸ ਕੀਤਾ ਗਿਆ ਸੀਗਾ। ਇਸ ਪ੍ਰੋਗਰਾਮ ਨੂੰ ਅੱਗੇ ਨਾਲੋਂ ਸੌਖਾ ਬਣਾਇਆ ਗਿਆ ਹੈਗਾ ਆ, ਸੋ ਦੈਟ ਜਿਹੜੀ ਐਪਲੀਕੇਸ਼ਨ ਪ੍ਰੋਸੈਸ ਹੈਗੀ ਆ ਉਹਦੀ ਕਾਫੀ ਕੰਪਲੇਂਟਸ ਪਾਸ ਦੇ ਵਿੱਚ ਸੀਗੀਆਂ ਵੀ ਕੰਪਲੀਕੇਟਿਡ ਹੈਗੀਆਂ ਨੇ। ਸੋ ਆਪਣੀਆਂ ਧਾਰਮਿਕ ਸਥਾਨਾਂ, ਕੈਮਰੇਜ਼, ਫੇਸ਼ੀਅਲ ਰੈਕਗਨੀਸ਼ਨ ਟੈਕਨੋਲੋਜੀ, ਜਿਹੜੇ ਬਿਲਰਡਸ ਹੁੰਦੇ ਹੈਗੇ ਨੇ ਜਿਹੜੇ ਇਲੈਕਟ੍ਰੋਨਿਕ ਵੀ, ਉਹ ਵੀ ਉਹਦੇ ਲਈ ਵੀ ਪੈਸਿਆਂ ਲਈ ਫੰਡਿੰਗ ਲਈ ਅਪਲਾਈ ਕਰ ਸਕਦੇ ਹੈਗੇ। ਐਂਡ there's many different things that are covered. ਕੋਈ ਸਿਕਿਉਰਿਟੀ ਪਲਾਨ ਬਣਾਉਣਾ ਹੈਗਾ ਆ, ਉਹਨਾਂ ਨੂੰ ਕੋਈ ਸਪੈਸ਼ਲਿਸਟ ਚਾਹੀਦੇ ਹੈਗੇ ਆ ਹਾਇਰ ਕਰਨ ਲਈ ਉਸ ਚੀਜ਼ ਦੇ ਲਈ। we provide funding to help these institutions make sure ਵੀ ਉਹਨਾਂ ਦੇ ਜਿਹੜੇ ਪ੍ਰੈਮਿਸਿਸ ਹੈਗੇ ਆ ਪ੍ਰੋਪਰਲੀ ਪ੍ਰੋਟੈਕਟਡ ਹੈਗੇ ਆ ਅਤੇ ਉਹਨਾਂ ਕੋਲ ਸਾਰੀਆਂ ਟੈਕਨੋਲੋਜੀਕਲ ਸਪੋਰਟਸ ਹੋ ਸਕਣ। ਕੋਸਟ ਟੂ ਕੋਸਟ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਹੈ ਉਸ ਦੇ ਵਿੱਚ ਖਾਸ ਤੌਰ 'ਤੇ ਪੰਜਾਬੀ ਕਮਿਊਨਿਟੀ ਉਹ ਐਕਸਟੋਰਸ਼ਨ ਕ੍ਰਾਈਸਿਸ ਨਾਲ ਜੂਝ ਰਹੀ ਹੈਗੀ ਹੈ। ਫੈਡਰਲ ਸਰਕਾਰ ਦੀ ਕੀ ਅੰਡਰਸਟੈਂਡਿੰਗ ਹੈ ਇਸ ਕ੍ਰਾਈਸਿਸ ਨੂੰ ਲੈ ਕੇ, ਕਿ ਕਿਉਂ ਹੋ ਰਿਹਾ ਹੈਗਾ? ਖਾਸ ਤੌਰ 'ਤੇ ਜਿਹੜੇ ਵਲਨਰੇਬਲ ਯੂਥ ਨੇਗੇ, ਇਹਦੇ ਰਿਕਰੂਟ ਕੀਤਾ ਜਾ ਰਿਹਾ ਉਹਨਾਂ ਨੂੰ, ਵੀ ਉਹਨੂੰ ਰਿਕਰੂਟ ਨਾ ਕੀਤਾ ਜਾਵੇ, ਰੋਕਿਆ ਜਾਵੇ,
ਉਹ ਪ੍ਰੋਸੈਸ ਜੇ ਉਹਨਾਂ ਦੀ ਐਕਸਪਲੋਇਟੇਸ਼ਨ ਹੋਈ ਹੈਗੀ ਹੈ ਕਿਤੇ, ਉਹ ਉਸ 'ਤੇ ਥੋੜ੍ਹਾ ਜਿਹਾ ਸਟੋਪ ਲਾਇਆ ਜਾ ਸਕਦਾ, ਉਹਦੇ ਲਈ ਕੀ ਕੀਤਾ ਜਾ ਰਿਹਾ ਹੈਗਾ? Yeah, so it's important. It's a good question, Shubkarman. I think it thoda introspective question हैगा या, क्योंकि illegal activity ਦੇ ਵਿੱਚ ਐਕਸਪਲੋਇਟ ਤੁਸੀਂ ਕਿਸੇ ਨੂੰ ਕਰ ਰਹੇ ਹੈਗੇ ਹੋ, ਇਹ ਤਾਂ ਸਰਕਾਰ ਨਹੀਂ ਕਿਸੇ ਨੂੰ ਵੀ ਕਹਿੰਦੀ ਹੈਗੀ, ਕਿਸੇ ਬਿਜ਼ਨਸ ਨੂੰ ਵੀ ਤੁਸੀਂ ਕੋਈ ਵੀ ਵਨਰੇਬਲ ਬੰਦੇ ਨੂੰ ਐਕਸਪਲੋਇਟ ਕਰੋ। ਥੀਸ ਥਿੰਗਸ ਆਰ ਆਲਰੇਡੀ ਆਲ ਅਗੇਂਸਟ ਦ ਲਾਅ, ਭਾਵੇਂ ਉਹ ਲੇਬਰ ਕਾਨੂੰਨ ਹੈਗਾ ਆ, ਜਾਂ ਕੋਈ ਇਮੀਗ੍ਰੇਸ਼ਨ ਵਾਇਲੇਸ਼ਨ ਹੋ ਰਹੀ ਹੈਗੀ ਆ, ਕਿਸੇ ਨੂੰ ਗਲਤ ਸਲਾਹ ਦਿੱਤੀ ਜਾ ਰਹੀ ਹੈ, ਉਹਨਾਂ ਨੂੰ ਫਰਾਡ ਦੇ ਵਿੱਚ ਪਾਰਟਿਸਿਪੇਟ ਕਰਨ ਨੂੰ ਕਿਹਾ ਜਾ ਰਿਹਾ ਹੈਗਾ, ਬੱਚੇ ਵੀ ਐਕਸਪਲੋਇਟ ਹੋ ਰਹੇ ਹੈਗੇ ਨੇ, ਉਹ ਵੀ ਇੱਕ ਤਰ੍ਹਾਂ ਦਾ ਐਕਸਟੋਰਸ਼ਨ ਹੀ ਹੈਗਾ ਆ। ਦੈਟਸ ਅ ਕ੍ਰਾਈਮ ਆਫ ਐਕਸਟੋਰਸ਼ਨ, ਜਦੋਂ ਤੁਸੀਂ ਕਿਸੇ ਨੂੰ ਫੋਰਸ ਕਰੋ ਕੋਈ ਕੰਮ ਕਰਨ ਲਈ। ਐਂਡ that there are police agencies that have told me that ਕਈ ਕੰਪਨੀਜ਼ ਆਪਣੇ ਜਿਹੜੇ ਨਿਊ ਕਮਰਸ ਹੈਗੇ ਨੇ, ਭਾਵੇਂ ਉਹਨਾਂ ਨੂੰ ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਕਹਿ ਲਓ ਜਾਂ ਵਰਕ ਪਰਮਿਟ 'ਤੇ ਕੰਮ ਕਰ ਰਹੇ ਹੈਗੇ ਨੇ, ਵੀ ਉਹਨਾਂ ਨੂੰ ਐਕਸਟੋਰਟ ਵੀ ਕੀਤਾ ਜਾ ਰਿਹਾ ਹੈਗਾ ਆ। ਸੋ there's many types of extortion that are happening in the community, and it is important to crack down on it. ਸੋ ਇਸ ਕਰਕੇ LMIAs 'ਤੇ ਵੀ ਕਾਫੀ ਸਖਤੀ ਕੀਤੀ ਗਈ ਹੈਗੀ ਆ। LMIAs ਹੁਣ ਉਸ ਤਰ੍ਹਾਂ ਤੁਸੀਂ ਵੀ ਸੁਣਿਆ ਹੋਊਗਾ ਅਪਰੂਵ ਨਹੀਂ ਹੋ ਰਹੀਆਂ ਹੈਗੀਆਂ। LMIAs ਦੇ ਜਿਹੜਾ ਜੋ ਇੰਟਰਸਟ ਸੀਗਾ ਲੋਕਾਂ ਦਾ ਲੈਣ ਦਾ, ਉਹ ਵੀ ਅਸੀਂ ਘਟਾ ਦਿੱਤਾ ਹੈਗਾ, ਕਿਉਂਕਿ ਉਹਦੇ ਕੋਈ ਪੁਆਇੰਟਸ ਨਹੀਂ ਮਿਲਦੇ ਹੈਗੇ ਹੁਣ, ਬਿਕਾਜ਼ ਵੀ ਡੋਂਟ ਵਾਂਟ ਪੀਪਲ ਟੂ ਗੈਟ ਇਨਟੂ ਦਿਸ ਟਾਈਪ ਆਫ ਰਿਲੇਸ਼ਨਸ਼ਿਪ। ਸੋ ਉਹਦੀ ਚੈਕਿੰਗ ਵੀ ਜ਼ਿਆਦਾ ਹੋ ਰਹੀ ਹੈਗੀ ਆ। ਪਰ ਉਸ ਤੋਂ ਇਲਾਵਾ ਜੋ ਟੈਂਪਰੇਰੀ ਲੋਕ ਹੈਗੇ ਨੇ ਜਾਂ ਆਊਟ ਆਫ ਸਟੇਟਸ ਲੋਕ ਹੈਗੇ ਨੇ, ਉਹਨਾਂ ਨੂੰ ਰਿਮੂਵ ਵੀ ਹੁਣ ਜਲਦ ਤੋਂ ਜਲਦ ਕੀਤਾ ਜਾ ਰਿਹਾ ਹੈਗਾ ਆ। ਸੋ ਜੇ ਤੁਸੀਂ ਸੋਚ ਰਹੇ ਹੈਗੇ ਹੋ ਵੀ ਤੁਸੀਂ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਤੁਹਾਨੂੰ ਕੋਈ ਇੰਟਰਸਟ ਹੈਗਾ ਜਾਂ ਕੋਈ ਲਾਲਚ ਦੇ ਰਿਹਾ ਹੈਗਾ ਇੰਟਰ ਹੋਣ ਲਈ, ਆਈ ਡੋਂਟ ਥਿੰਕ ਇਟਸ ਅ ਗੁੱਡ ਪਾਥ ਫੋਰਵਰਡ ਫॉर ਯੂ, ਕਿਉਂਕਿ ਹੁਣੀ ਅਸੀਂ ਅਪ੍ਰੈਲ ਦੇ ਵਿੱਚ ਓਵਰ 43 ਪੀਪਲ ਡੀਪੋਰਟ ਐਕਸਟੋਰਸ਼ਨ ਕੇਸਿਸ ਦੇ ਵਿੱਚ ਕਰ ਚੁੱਕੇ ਹੈਗੇ ਆ, ਅਤੇ ਇਸ ਤਰ੍ਹਾਂ ਹੀ ਤੇਜ਼ੀ ਦੇ ਨਾਲ ਕਰਦੇ ਰਹਾਂਗੇ। ਇੱਕ ਹੋਰ ਵੀ ਸਾਨੂੰ ਹੁਣ ਜਿਹੜਾ ਅਸੀਂ ਬਿੱਲ C-12 ਪੇਸ਼ ਕੀਤਾ ਸੀਗਾ, ਉਹਦੇ ਕਰਕੇ ਵੀ ਹੁਣ ਸਾਡੇ ਕੋਲ ਹੋਰ ਫਲੈਕਸੀਬਿਲਿਟੀ ਹੈਗੀ ਆ ਐਜ਼ ਅ ਗਵਰਨਮੈਂਟ, ਐਂਡ CBSA ਹੈਜ਼ ਮੋਰ ਫਲੈਕਸੀਬਿਲਿਟੀ, ਐਂਡ ਦੇ ਕੈਨ ਰਿਮੂਵ ਪੀਪਲ ਕੁਇਕਰ ਫਰਮ ਦ ਕੰਟਰੀ। ਸੋ ਦੈਟਸ ਅਨਦਰ ਬਿੱਲ ਜਿਹੜਾ ਅਸੀਂ ਪਬਲਿਕ ਸੇਫਟੀ ਵਿੰਨਿਓ ਲੈ ਕੇ ਆਏ ਸੀ, C-12 ਬੋਰਡਰ ਐਂਡ ਇਮੀਗ੍ਰੇਸ਼ਨ ਰਿਫੋਰਮ ਦਾ ਬਿੱਲ ਸੀਗਾ। ਸ਼ਾਇਦ ਆਈ ਥਿੰਕ ਤੁਹਾਡੇ ਪ੍ਰੋਗਰਾਮ 'ਤੇ ਉਸ ਦੀ ਵੀ ਗੱਲਬਾਤ ਕਾਫੀ ਵਾਰ ਹੋਈ ਹੈਗੀ ਆ C-12 ਦੀ। ਐਂਡ ਸੋ ਜਿਹੜਾ ਬੰਦਾ ਇੱਥੇ 1 ਸਾਲ ਦਾ ਰਹਿ ਰਿਹਾ ਹੈਗਾ ਆ, ਉਹ ਕੋਈ ਅਸਾਈਲਮ ਦਾ ਕਲੇਮ ਨਹੀਂ ਕਰ ਸਕੂਗਾ, ਕੋਈ ਪ੍ਰੋਸੈਸ ਨੂੰ ਉਹ ਸਟਾਲ ਨਹੀਂ ਕਰ ਸਕੂਗਾ, ਅਤੇ ਉਹਨਾਂ ਦੀ ਰਿਮੂਵਲ ਜਲਦੀ ਤੋਂ ਜਲਦੀ, ਸਪੈਸ਼ਲੀ ਜੇ ਉਹ ਕ੍ਰਿਮੀਨੈਲਿਟੀ ਦੇ ਵਿੱਚ ਇਨਵੋਲਵ ਨੇ। ਉਹ ਤਾਂ ਪਹਿਲਾਂ ਵੀ ਤੁਹਾਨੂੰ ਇਨਐਡਮਿਸਿਬਲ, ਇਫ ਯੂ ਬਿਕਮ ਇਨਵੋਲਵ ਇਨ ਐਨੀ ਕਾਈਂਡ ਆਫ ਕ੍ਰਿਮੀਨਲ ਐਕਟੀਵਿਟੀ, ਤੁਸੀਂ ਇਨਐਡਮਿਸਿਬਲ ਹੋ ਜਾਂਦੇ ਹੈਗੇ ਹੋ। ਪਰ ਉਹ ਜਿਹੜਾ ਪ੍ਰੋਸੈਸ ਸੀਗਾ ਉਹ ਕਈ ਵਾਰ ਡਿਲੇ ਹੋ ਜਾਂਦਾ ਸੀਗਾ ਰਿਮੂਵਲ ਦਾ। ਹੁਣ ਉਹ ਡਿਲੇਜ਼ ਨਹੀਂ ਹੋਣਗੇ ਇਸ ਬਿੱਲ ਤੋਂ ਬਾਅਦ। ਐਂਡ ਨਾਓ ਯੂ ਆਰ ਸੀਇੰਗ ਇਨ ਜਸਟ ਦਿਸ ਮੰਥ ਵੀਵ ਰਿਮੂਵਡ ਅ ਲੋਟ ਆਫ ਪੀਪਲ, ਸਪੈਸ਼ਲੀ ਸਭ ਤੋਂ ਜ਼ਿਆਦਾ ਇੱਥੋਂ BC 'ਚੋਂ ਰਿਮੂਵ ਕੀਤੇ ਹੈਗੇ ਨੇ, ਕਿਉਂਕਿ ਅਸੀਂ CBSA ਦੀ ਵੀ ਅਗਰੀਮੈਂਟ ਲੋਕਲ ਪੁਲਿਸ ਏਜੰਸੀਜ਼ ਦੇ ਨਾਲ ਬਣਾਈ ਹੋਈ ਹੈਗੀ ਆ ਹੁਣ, ਇੱਕ ਅੰਡਰਸਟੈਂਡਿੰਗ ਅਗਰੀਮੈਂਟ ਵੀ ਉਹ ਇੱਕ ਦੂਜੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ, ਜਦੋਂ ਉਹਨਾਂ ਦੇ ਕੋਲ ਕੋਈ ਇਸ ਤਰ੍ਹਾਂ ਦਾ ਸਸਪੈਕਟ ਆਉਂਦਾ ਹੈਗਾ ਜਿਹੜਾ ਉਹਨਾਂ ਨੂੰ ਲੱਗਦਾ ਹੋਵੇ ਵੀ ਸ਼ਾਇਦ ਉਹ ਟੈਂਪਰੇਰੀ ਜਾਂ ਆਊਟ ਆਫ ਸਟੇਟਸ ਹੈਗਾ ਆ, ਅਤੇ ਫਿਰ ਉਹ CBSA ਨੂੰ ਜਲਦ ਤੋਂ ਜਲਦ ਇਨਫੋਰਮ ਕਰ ਸਕਦੇ ਹਨ, ਉਹ ਆਪਦੇ ਪ੍ਰੋਸੈਸਿਸ ਸ਼ੁਰੂ ਕਰ ਸਕਦੇ ਹੈਗੇ ਆ। ਇੱਦਾਂ ਹੀ ਐਡਮਿੰਟਨ 'ਚ ਹੋ ਰਿਹਾ, ਵਿਨਿਪੈਗ ਦੇ ਵਿੱਚ ਜਿੱਥੋਂ ਮੈਂ ਰੈਪਰੈਜ਼ੈਂਟ ਕਰਦੀ ਹੈਗੀ ਆ, ਬਰੈਂਪਟਨ ਕੈਲੇਡਨ ਦੇ ਵਿੱਚ, ਉੱਥੇ ਵੀ ਇਹ ਪ੍ਰੋਸੈਸ ਸ਼ੁਰੂ ਹੋ ਰਿਹਾ। ਬਟ ਆਈ ਐਮ ਹੈਪੀ ਟੂ ਸੀ ਵੀ ਇੱਥੇ ਜ਼ਿਆਦਾ ਐਕਸਪੀਰੀਅੰਸ ਦੇ ਨਾਲ ਉਸ ਪ੍ਰੋਸੈਸ ਨੂੰ ਅੰਡਰਟੇਕ ਕੀਤਾ ਹੈਗਾ। ਆਈ ਥਿੰਕ ਤਾਂ ਹੀ ਇੱਥੇ ਐਕਸਟੋਰਸ਼ਨ ਦੇ ਕੇਸ ਵੀ ਹਜੇ ਵੀ ਹੋ ਰਹੇ ਹੈਗੇ ਨੇ, ਪਰ ਕਾਫੀ ਬਹੁਤ ਹੱਦ ਤੱਕ ਘਟੇ ਹੈਗੇ ਨੇ ਇਸ ਏਰੀਆ ਦੇ ਵਿੱਚ। ਇੱਕ ਗੱਲ ਹੋਰ ਹੈ ਜੋ ਅਸੀਂ ਆਮ ਜੋ ਲੋਕਾਂ ਵਿੱਚ ਜਾਣਦੇ ਹਾਂ, ਉਹ ਇਹ ਗੱਲ ਕਹਿੰਦੇ ਨੇ ਵੀ ਠੀਕ ਹੈ ਸਰਕਾਰ ਹੁਣ ਨਵਾਂ ਲਾਜ਼ ਲੈ ਕੇ ਆ ਰਹੀ ਹੈ, ਉਹ LMIA ਦੇ ਪੁਆਇੰਟਸ ਉਹਨੇ ਘਟਾ ਦਿੱਤੇ, ਬਟ ਜੋ ਸਵਾਲ ਹਜੇ ਵੀ ਲੋਕਾਂ ਨੂੰ ਰੜਕਦਾ ਉਹ ਹੈ ਵੀ ਹੁਣ ਤੱਕ ਜਿਨ੍ਹਾਂ ਨੇ LMIA ਫਰੋਡਸ ਕੀਤੇ ਨੇ, ਐਕਸਪਲੋਇਟੇਸ਼ਨ ਕੀਤੀ ਹੈਗੀ ਹੈ, ਪੈਸਾ ਲਿਆ ਗਿਆ ਹੈਗਾ,
ਉਹਨਾਂ ਦਾ ਕੀ, ਉਹਨਾਂ ਦੇ ਉੱਤੇ ਕਿਉਂ ਨਹੀਂ ਐਕਸ਼ਨ ਲਿੱਤਾ ਜਾ ਰਿਹਾ? ਕੀ ਉਹਨਾਂ 'ਤੇ ਐਕਸ਼ਨ ਲੈਣ ਬਾਰੇ ਸਰਕਾਰ ਸੋਚ ਰਹੀ ਹੈਗੀ ਹੈ, ਜਿਹੜੇ ਆਲਰੇਡੀ ਇਹ ਸਭ ਕੁਝ ਕਰ ਚੁੱਕੇ ਨੇਗੇ ਅਤੇ ਬਹੁਤ ਸਾਰੇ ਕੌਨਸੀਕੁਐਂਸਿਸ ਫਿਰ ਜਿਹੜੇ ਵਿਕਟਮ ਨੇਗੇ ਉਹ ਤਾਂ ਇਹੀ ਮੰਗ ਕਰਦੇ ਵੀ ਸਾਨੂੰ ਜਸਟਿਸ ਕਿਵੇਂ ਮਿਲੂਗਾ? ਸੋ ਲਿਸਟ ਮਿਲਦੀ ਹੈਗੀ ਆ ਜਿਹੜੇ ਕੰਪਨੀਜ਼ EMPLOYERS ਜਿਹੜੇ LMIA ਫਰਾਡ ਦੇ ਵਿੱਚ ਫੜੇ ਗਏ ਹੈਗੇ ਨੇ, ਜਿਨ੍ਹਾਂ ਦੀ ਇਨਵੈਸਟੀਗੇਸ਼ਨ ਹੋਈ ਹੈਗੀ ਆ, ਦੋਜ਼ ਆਰ ਲਿਸਟਡ। ਉਹਨਾਂ ਨੂੰ ਦੁਬਾਰਾ ਕਦੇ LMA ਨਹੀਂ ਮਿਲ ਸਕਦੀ, ਉਹਨਾਂ ਨੂੰ ਫਾਈਨਸ ਵੀ ਹੁੰਦੇ ਆ, ਉਹਨਾਂ ਨੂੰ ਜੇਲ ਟਾਈਮ ਵੀ ਹੋ ਸਕਦਾ ਹੈਗਾ। ਬਟ ਇਟ ਇਜ਼ ਇੰਪੋਰਟੈਂਟ, ਮੈਂ ਕਹੂੰਗੀ ਵੀ ਕਮਿਊਨਿਟੀ ਨੂੰ ਰਿਪੋਰਟ ਕਰਨਾ। ਸੋ ਦੀਸ ਥਿੰਗਸ ਆਰ ਆਲਰੇਡੀ ਇਲੀਗਲ, ਪਰ ਆਪਾਂ ਕਈ ਵਾਰ ਕਮਿਊਨਿਟੀ ਦੇ ਵਿੱਚ ਹੀ ਗੱਲ ਕਰਦੇ ਰਹਿੰਦੇ ਹਾਂ ਇਸ ਚੀਜ਼ਾਂ ਦੀ, ਐਂਡ ਯੂ ਹੈਵ ਟੂ ਰਿਪੋਰਟ ਇਟ ਟੂ ਦੀ ਅਥੋਰਿਟੀਜ਼। ਸੋ ਤੁਸੀਂ ਆਨਲਾਈਨ ਜਾ ਕੇ ਇਸ ਚੀਜ਼ ਬਾਰੇ ਰਿਪੋਰਟ ਕਰ ਸਕਦੇ ਹੈਗੇ ਹੋ। ਜੇ ਕਿਸੇ ਦੇ ਨਾਲ ਵੀ ਇਸ ਤਰ੍ਹਾਂ ਦੀ ਐਕਸਪਲੋਇਟੇਸ਼ਨ ਹੋਈ ਹੈਗੀ ਆ ਜਾਂ ਕੋਈ ਫਰਾਡ ਹੋਇਆ ਹੈਗਾ, ਤੁਹਾਨੂੰ ਪ੍ਰੋਟੈਕਟ ਕੀਤਾ ਜਾ ਸਕਦਾ ਹੈਗਾ ਆ, ਪਰ ਤੁਹਾਨੂੰ ਉਹ ਇਨਫੋਰਮੇਸ਼ਨ ਅਥੋਰਿਟੀਜ਼ ਦੇ ਨਾਲ ਸ਼ੇਅਰ ਕਰਨੀ ਚਾਹੀਦੀ ਆ। ਵੀਰ ਜੀ, ਕਾਫੀ ਹੱਦ ਤੱਕ ਤੁਸੀਂ ਵੀ ਦੇਖਿਆ ਹੋਊਗਾ ਵੀ ਮੈਂ ਵੀ ਦੇਖਦੀ ਹੈਗੀ ਆ ਮੇਰੇ ਕੰਸਟੀਚੁਐਂਸੀ ਆਫਿਸ ਦੇ ਵਿੱਚ ਵੀ ਲੋਕ ਰਿਪੋਰਟ ਨਹੀਂ ਕਰਨਾ ਚਾਹੁੰਦੇ। ਉਹ ਕੋਈ ਇਮੀਗ੍ਰੇਸ਼ਨ ਕੰਸਲਟੈਂਟ ਵੀ ਜਿਹੜਾ ਲਾਇਸੈਂਸਡ ਹੈਗਾ ਕੋਈ ਗਲਤ ਕੰਮ ਕਰਦਾ ਹੈਗਾ ਆ, they have rules they have to operate under, and ਤੁਸੀਂ ਉਹਨਾਂ ਦੀ ਰੈਗੂਲੇਟਿੰਗ ਬਾਡੀ ਨੂੰ ਰਿਪੋਰਟ ਕਰ ਸਕਦੇ ਹੈਗੇ ਹੋ। ਮੈਂ ਕਾਫੀ ਵਾਰ ਲੋਕਾਂ ਨੂੰ ਫਾਰਮਸ ਵੀ ਦਿੰਦੀ ਹੈਗੀ, ਉਹਨਾਂ ਦੇ ਮੂਹਰੇ ਰੱਖਦੀ ਹੈਗੀ ਆ ਵੀ ਤੁਸੀਂ ਰਿਪੋਰਟ ਕਰੋ, ਪਰ ਉਹਦਾ ਅਪਟੇਕ ਬਹੁਤ ਘੱਟ ਹੁੰਦਾ ਹੈਗਾ ਆ। ਪੀਪਲ ਡੋਂਟ ਵਾਂਟ ਟੂ ਰਿਪੋਰਟ, ਐਂਡ ਕਿਤੇ ਨਾ ਕਿਤੇ ਉਹ ਫੀਲ ਕਰਦੇ ਹੈਗੇ ਆ ਵੀ ਆਈ ਡੋਂਟ ਨੋ ਵੀ ਉਹਨਾਂ ਨੂੰ ਵੀ ਕੋਈ ਰਿਸਕ ਹੋਊਗਾ। ਪਰ ਜਿੰਨਾ ਚਿਰ ਆਪਾਂ ਆਪ ਖੁਦ ਇਸ ਚੀਜ਼ ਨੂੰ ਕਲੀਅਰ ਨਹੀਂ ਕਰਨਾ ਚਾਹਾਂਗੇ ਤਾਂ ਉਹ ਫੈਲਦੀ ਰਹੂਗੀ। ਐਂਡ ਸੋ ਇਟ ਇਜ਼ ਵੈਰੀ ਇੰਪੋਰਟੈਂਟ ਟੂ ਰਿਪੋਰਟ ਥੀਸ ਇਸ਼ੂਜ਼। ਤੁਸੀਂ ਅਨੋਨਿਮਸਲੀ ਵੀ ਬਹੁਤ ਮੈਥਡਸ ਹੈਗੇ ਨੇ ਚੀਜ਼ਾਂ ਰਿਪੋਰਟ ਕਰਨ ਦੀ। ਤੁਹਾਨੂੰ ਬਹੁਤ ਸਾਰੀ ਫੀਡਬੈਕ ਮਿਲਦੀ ਹੋਊਗੀ, ਇਨਫੋਰਮੇਸ਼ਨ ਤੁਹਾਡੇ ਕੋਲ ਆਉਂਦੀ ਹੋਊਗੀ। ਇਹ ਪੰਜਾਬੀ ਕਮਿਊਨਿਟੀ ਹੀ ਇਸ ਚੀਜ਼ ਦਾ ਸਾਹਮਣਾ ਕਿਉਂ ਕਰ ਰਹੀ ਹੈ? ਪੰਜਾਬੀ ਕਮਿਊਨਿਟੀ ਦੇ ਵਿੱਚ ਹੀ ਇੰਨਾ ਵੱਡਾ ਕ੍ਰਾਈਸਿਸ ਕਿਉਂ ਆਇਆ ਹੋਇਆ ਹੈਗਾ? ਚਾਹੇ ਐਕਸਟੋਰਸ਼ਨ ਦਾ ਕ੍ਰਾਈਸਿਸ ਹੈਗਾ, ਗੈਂਗ ਵਾਰਸ ਦਾ ਹੈਗਾ, ਉਹਦੀ ਅੰਡਰਸਟੈਂਡਿੰਗ ਕੀ ਬਣ ਰਹੀ ਹੈ? ਕਿ ਹੋਰ ਵੀ ਕਮਿਊਨਿਟੀਜ਼ 'ਚ ਵੀ ਇਹ ਸਭ ਕੁਝ ਹੋ ਰਿਹਾ? Yes, so I will say ਇਹ ਇਕੱਲਾ ਹੀ phenomenon ਪੰਜਾਬੀ ਕਮਿਊਨਿਟੀ 'ਚ ਹੀ ਪਹਿਲੀ ਵਾਰ ਨਹੀਂ ਹੋਇਆ ਹੈਗਾ। There are like extortion ਦਾ law ਬੁੱਕਸ ਦੇ ਵਿੱਚ ਕਿਉਂ ਹੈਗਾ ਆ, ਆਲਰੇਡੀ ਉੱਥੇ ਹੈਗਾ ਆ, ਪਹਿਲੀ ਵਾਰ extortion ਨਹੀਂ ਹੋਏ ਹੈਗੇ। So many criminal organizations have engaged in extortion in the past too, ਭਾਵੇਂ ਤੁਸੀਂ ਆਪਣੇ popular crime group Hells Angels ਲਾ ਲਓ ਜਾਂ ਇੱਥੇ they have many cases ਜਿੱਥੇ ਉਹ ਰੈਸਟੋਰੈਂਟਸ ਨੂੰ ਅੱਗ ਲਾ ਦਿੰਦੇ ਸੀਗੇ। ਮੌਂਟਰੀਅਲ ਦੇ ਵਿੱਚ ਇਸ ਤਰ੍ਹਾਂ ਦੇ ਕੇਸ ਹੁਣ ਵੀ ਹੁੰਦੇ ਆ ਕਈ ਵਾਰ। ਐਂਡ ਸੋ ਆਪਣੀ ਕਮਿਊਨਿਟੀ ਨੂੰ ਆਪਦੇ ਇਸ਼ੂਜ਼ ਬਾਰੇ ਪਤਾ ਹੋਊਗਾ, ਕਈ ਵਾਰ ਦੂਸਰੇ ਕਮਿਊਨਿਟੀ ਦੇ ਇਸ਼ੂਜ਼ ਦੇ ਬਾਰੇ ਨਹੀਂ ਪਤਾ ਲੱਗਦਾ ਹੈਗਾ ਆ। ਪਰ ਟਾਈਮ ਟੂ ਟਾਈਮ ਆਈ ਵੁੱਡ ਸੇ ਇਫ ਯੂ ਲੁੱਕ there's different times these things are happening, ਕਿ ਇਹ ਜਿਹੜੇ ਕ੍ਰਾਈਮ ਗਰੁੱਪਸ ਹੁਣ ਐਕਸਟੋਰਟ ਕਰ ਰਹੇ ਆ ਸਾਊਥ ਏਸ਼ੀਅਨ ਕਮਿਊਨਿਟੀ ਨੂੰ, ਉਹ ਹੋਰਾਂ ਕਮਿਊਨਿਟੀਜ਼ ਨੂੰ ਵੀ ਕਰ ਰਹੇ ਆ? ਨੋ, ਵੀ ਹੈਵਨਟ ਸੀਨ ਐਵੀਡੈਂਸ ਆਫ ਦੈਟ। ਇਹ ਜਿਹੜਾ ਕ੍ਰਾਈਮ ਗਰੁੱਪ ਹੈਗਾ ਜਾਂ ਜਿਹੜੇ ਲੋਕ ਇਨਵੋਲਵਡ ਹੋ ਰਹੇ ਹੈਗੇ ਨੇ, ਇਹ ਆਪਣੀ ਹੀ ਕਮਿਊਨਿਟੀ ਨੂੰ ਐਕਸਟੋਰਟ ਕਰ ਰਹੀ ਹੈਗੀ ਆ। ਸੋ ਦ ਕ੍ਰਾਈਮ ਇਜ਼ ਹੈਪਨਿੰਗ ਵਿਦਨ ਕਮਿਊਨਿਟੀ, but that's not new. We've seen that in other areas too. That's seen in many other community groups too, ਵੀ ਜਿਹੜੇ issues ਹੁੰਦੇ ਨੇ ਉਹਨਾਂ ਦੀ community ਦੇ ਵਿੱਚ ਹੀ ਹੁੰਦੇ ਹੈਗੇ ਆ। So ਆਪਾਂ ਨੂੰ ਇੱਦਾਂ ਨਹੀਂ ਸੋਚਣਾ ਚਾਹੀਦਾ ਹੈਗਾ ਵੀ ਇਕੱਲਾ ਹੀ ਸਭ ਕੁਛ ਹੀ ਜਾਂ ਜੋ fraud ਵੀ ਹੈਗਾ ਆ ਉਹ ਇੱਥੇ, that's not true. That's not true at all. But I would say ਵੀ ਆਪਣੀ community ਨੂੰ ਮੈਂ ਇੱਕ recommendation ਦਊਂਗੀ ਵੀ ਜੇ ਆਪਾਂ policies and rules and regulations ਬਹੁਤ ਚੀਜ਼ਾਂ ਦੇ ਹੈਗੀਆਂ ਨੇ, ਪਰ ਮੈਕੈਨਿਜ਼ਮਸ ਵੀ ਬਣੇ ਹੋਏ ਨੇ ਜਿੱਥੇ ਤੁਸੀਂ ਰਿਪੋਰਟਿੰਗ ਕਰ ਸਕਦੇ ਹੋ। ਆਈ ਵੁੱਡ ਸੇ ਰਿਪੋਰਟਿੰਗ ਟਰੱਕ ਡਰਾਈਵਿੰਗ 'ਚ ਆਪਾਂ ਦੇਖ ਰਹੇ ਹੈਗੇ ਆ ਲੇਬਰ ਇਸ਼ੂਜ਼ ਨੂੰ ਲੈ ਕੇ ਵੀ ਰਿਪੋਰਟਿੰਗ ਬਹੁਤ ਹੋ ਰਹੀ ਹੈਗੀ ਆ ਜਦੋਂ ਕਿਸੇ ਦੀ ਪੇ ਮਾਰੀ ਜਾਂਦੀ ਹੈਗੀ ਆ। ਟਰੱਕਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਰਿਪੋਰਟਸ ਆ ਰਹੀਆਂ ਹੈਗੀਆਂ ਨੇ ਲੇਬਰ ਇਸ਼ੂਜ਼ ਦੀਆਂ ਇਸ ਵਕਤ, ਮੋਰ ਦੈਨ ਐਨੀ ਅਦਰ ਫੈਡਰਲੀ ਰੈਗੂਲੇਟਡ workplace or sector. And so that is definitely a big issue. ਉਹ ਆਪਣੀ ਕਮਿਊਨਿਟੀ 'ਚ ਹੀ ਜ਼ਿਆਦਾ ਹੋ ਰਿਹਾ ਹੈਗਾ ਇਸ ਵਕਤ। ਆਪਣੀ ਹੀ ਕਮਿਊਨਿਟੀ ਲਾਰਜ ਪਾਰਟ ਟਰੱਕਿੰਗ ਦੇ ਵਿੱਚ ਵੀ ਹੈਗੀ ਆ, ਰਾਈਟ? ਸੋ ਇਹਦੇ ਕਾਫੀ ਕਾਰਨ ਹੁੰਦੇ ਹੈਗੇ ਆ। ਬਟ ਸੋ ਉਸ ਤਰਫ ਰਿਪੋਰਟਿੰਗ ਹੋ ਰਹੀ ਹੈਗੀ ਆ, ਪਰ ਜਿੱਥੇ ਆਈ ਥਿੰਕ ਦੋਨੇ ਪਾਸੇ ਹੀ ਇਨਵੋਲਵਡ ਹੁੰਦੇ ਹੈਗੇ ਆ ਕਿਤੇ ਨਾ ਕਿਤੇ, ਉੱਥੇ ਉਹਦਾ ਐਂਡਿੰਗ ਤਾਂ ਮਾੜਾ ਹੀ ਹੁੰਦਾ ਹੈਗਾ ਹਰ ਇੱਕ ਬੰਦੇ ਲਈ। ਪਰ ਇਫ ਯੂ ਸੀ ਸਮ ਐਕਸਪਲੋਇਟੇਸ਼ਨ, ਇਫ ਯੂ ਸੀ ਅਬਿਊਜ਼, ਆਪਾਂ ਨੂੰ ਸਾਰਿਆਂ ਨੂੰ ਇਨਵੋਲਵਡ ਹੋਣਾ ਪੈਣਾ। ਬ੍ਰੌਡ ਡੇ ਲਾਈਟ ਸ਼ੂਟਿੰਗਸ ਹੋਣ ਲੱਗ ਗਈਆਂ ਨੇ। ਰੀਸੈਂਟ ਇੰਸੀਡੈਂਟ ਹੁਣ ਹੋਇਆ ਹੈਗਾ ਸਰੀ 'ਚ ਵੀ, ਗੈਂਗ ਵਾਰ ਦੱਸੀ ਜਾ ਰਹੀ ਹੈ ਉਹ, ਜਿਹਦੇ ਕਰਕੇ ਇੱਕ ਬਿਜ਼ਨਸ ਪਲਾਜ਼ੇ ਦੇ ਵਿੱਚ ਦਿਨ ਦਿਹਾੜੇ ਦੁਪਹਿਰੇ, ਸਿਖਰ ਦੁਪਹਿਰੇ ਸ਼ੂਟਰਸ ਜਾਂਦੇ ਨੇਗੇ ਅਤੇ ਬੰਦੇ ਨੂੰ ਮਾਰ ਕੇ ਭੱਜ ਜਾਂਦੇ ਨੇਗੇ। ਅਤੇ ਸਾਰੀ ਕਮਿਊਨਿਟੀ ਡਰੀ ਹੋਈ ਹੈਗੀ ਹੈ, ਸਹਿਮੀ ਹੋਈ ਹੈਗੀ ਹੈ, ਸੇਫਟੀ ਨੂੰ ਲੈ ਕੇ ਬਹੁਤ ਜ਼ਿਆਦਾ ਉਹਨਾਂ ਦੀਆਂ ਚਿੰਤਾਵਾਂ ਨੇਗੀਆਂ।
ਤਾਂ ਇਹਦੇ ਨਾਲ ਕਿਵੇਂ ਡੀਲ ਕੀਤਾ ਜਾ ਰਿਹਾ, ਕਿ ਕੋਈ ਨਵੀਂ ਅਪਰੋਚ ਵੀ ਫੈਡਰਲ ਸਰਕਾਰ ਲੈ ਕੇ ਆਊਗੀ ਜਿਸ ਨਾਲ ਪਲਾਜ਼ੇ ਜਾਂ ਓਵਰਆਲ ਕਮਿਊਨਿਟੀ ਨੂੰ ਸੇਫ ਮਹਿਸੂਸ ਹੋਵੇ? ਕਿਉਂਕਿ ਜਿੱਥੇ ਇੱਥੇ ਕਮਿਊਨਿਟੀ ਹੈ, ਪੰਜਾਬੀ ਕਮਿਊਨਿਟੀ ਹੈਗੀ ਆ, ਉੱਥੇ ਫਿਰ ਇਨਵੈਸਟਮੈਂਟ ਦਾ ਵੀ ਡਰ ਹੈ, ਇਨਵੈਸਟਮੈਂਟ ਪੁੱਲ ਆਊਟ ਹੋ ਜਾਣਗੀਆਂ, ਲੋਕ ਆਪਣੇ ਬਿਜ਼ਨਸ ਛੱਡ ਕਰਕੇ ਕਿਤੇ ਹੋਰ ਚਲੇ ਜਾਣਗੇ, ਜੇ ਅਸੀਂ ਅਟਰੈਕਟ ਵੀ ਕਰਨੀਆਂ ਨੇਗੀਆਂ ਉਹ ਵੀ ਨਹੀਂ ਹੋਣੀਆਂ, ਅਤੇ ਓਵਰਆਲ ਕਮਿਊਨਿਟੀ ਫਿਰ ਪਿੱਛੇ ਲੈਗ ਬਿਹਾਈਂਡ ਕਰ ਜੂਗੀ ਬਹੁਤ। Yeah. I think, look, ਸਾਡਾ ਫੈਡਰਲ ਲੈਵਲ ਤੇ ਮੋਸਟਲੀ ਕਾਨੂੰਨ ਚੇਂਜ ਕਰਨ ਦਾ ਹੈਗਾ ਆ। ਜਿਹੜਾ ਫੜਨ ਦਾ ਕੰਮ ਹੈਗਾ ਆ ਉਹ ਪੁਲਿਸ ਦਾ ਹੈਗਾ ਆ, ਐਂਡ ਪੁਲਿਸ ਇਜ਼ ਅੰਡਰ ਯੂਰ ਮਿਊਨਿਸਪਲ ਜੂਰਿਸਡਿਕਸ਼ਨ ਹੀਅਰ, ਐਂਡ ਸੋ ਇਸ ਵਕਤ ਮੈਂ ਇਸ ਕੇਸ 'ਤੇ ਜ਼ਿਆਦਾ ਕੌਮੈਂਟ ਨਹੀਂ ਕਰ ਸਕੂੰਗੀ ਕਿਉਂਕਿ ਇਸ ਵੀਕ ਹੀ ਹੋਇਆ ਹੈਗਾ। ਮੈਨੂੰ ਕੋਈ ਅਦਰ ਦੈਨ ਜੋ ਪਬਲਿਕਲੀ ਸ਼ੇਅਰਡ ਇਨਫੋਰਮੇਸ਼ਨ ਆ, ਹਜੇ ਇਨਵੈਸਟੀਗੇਸ਼ਨ ਦੀ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮੇਰੇ ਕੋਲ ਨਹੀਂ ਹੈਗੀ ਜਿਹੜੀ ਮੈਂ share kar sakan. So, you know, the hope is that they are caught very quickly. Murder is against the law. You know, nobody should feel ਵੀ ਉਹ ਭਾਵੇਂ ਉਹ daylight ਦੇ ਵਿੱਚ ਭਾਵੇਂ ਰਾਤ ਦੇ ਟਾਈਮ ਵੀ ਕਿਸੇ 'ਤੇ ਵੀ ਜਾ ਕੇ ਇਸ ਤਰ੍ਹਾਂ ਉਹ ਅਟੈਕ ਕਰ ਸਕਣ ਜਾਂ ਗੋਲੀ ਮਾਰ ਸਕਣ। But you're right ਕਿ ਸੈਂਸ ਆਫ ਜਿਹੜੀ ਕਮਿਊਨਿਟੀ ਦੀ ਸੈਂਸ ਆਫ ਸੇਫਟੀ ਹੈਗੀ ਆ ਉਹ ਸਪੈਸ਼ਲੀ ਜਦੋਂ ਡੇਲਾਈਟ 'ਚ ਹੁੰਦਾ ਹੈਗਾ ਆ ਵੀ ਉਹ ਸ਼ੈਟਰ ਹੋ ਜਾਂਦੀ ਹੈਗੀ ਆ। So it is important for your police to have the resources, have the tools to be able to catch these criminals very quickly. The laws are in place. You can get life, you know, without any parole for murder. And ਜਿਸ ਤਰ੍ਹਾਂ ਇਹ ਮਰਡਰ ਲੱਗਦਾ ਹੈਗਾ, it seems like a first degree premeditated murder from what I've read in the news. ਬਾਕੀ ਹੁਣ ਪੁਲਿਸ ਅਸੈਸ ਕਰੂਗੀ ਅਤੇ ਕਰਾਊਨ ਕਾਉਂਸਲ ਤੁਹਾਡਾ ਵੀ ਕੀ ਚਾਰਜਸ ਲੈ ਕੇ ਆਉਣਗੇ ਜਦੋਂ ਉਹ ਫੜੇ ਜਾਂਦੇ ਆ। ਪਰ ਗੋਇੰਗ ਬੈਕ ਟੂ ਜਿਹੜੇ ਕਾਨੂੰਨ ਦੇ ਵਿੱਚ ਚੇਂਜਸ ਆਏ ਹੈਗੇ ਨੇ, ਉਹ ਚੇਂਜਸ ਇਹ ਹੈਗੇ ਨੇ ਵੀ ਜਦੋਂ ਲੌਫੁਲ ਐਕਸੈਸ ਦਾ ਵੀ ਕਾਨੂੰਨ ਪਾਸ ਹੋ ਜਾਊਗਾ, ਯੂ ਨੋ ਹਰ ਇੱਕ ਮਰਡਰ ਕੇਸ ਦੇ ਵਿੱਚ, ਹਰ ਇੱਕ ਡਰੱਗ ਕੇਸ ਦੇ ਵਿੱਚ, ਹਰ ਇੱਕ you know, I already gave you extortion, child exploitation, all those other issues, ਉਹਦੇ ਵਿੱਚ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈਗੀ ਆ, ਲੋਕਾਂ ਨੂੰ ਟਰੇਸ ਐਂਡ ਟਰੈਕ ਕੀਤਾ ਜਾ ਸਕਦਾ ਹੈਗਾ ਆ ਜਦੋਂ ਇਹ ਲੌਫੁਲ ਐਕਸੈਸ ਦਾ ਕਾਨੂੰਨ ਪਾਸ ਹੋ ਜਾਊਗਾ। ਇਸ ਵਕਤ ਵੀ ਪੁਲਿਸ ਕੋਲ ਉਹ ਚੀਜ਼ ਐਕਸੈਸ ਹੈਗੀ ਆ, ਪਰ ਉਹ ਕਈ ਵਾਰ ਡਿਲੇ 'ਚ ਮਿਲਦੀ ਹੈਗੀ ਆ। ਜਿਹੜੀਆਂ ਜੁਡੀਸ਼ੀਅਲ ਆਥੋਰਾਈਜ਼ੇਸ਼ਨਸ ਉਹਨਾਂ ਨੂੰ ਲੈਣੀਆਂ ਪੈਂਦੀਆਂ ਹੈਗੀਆਂ ਨੇ, ਉਹਦੇ ਵਿੱਚ ਕਈ ਵਾਰ ਟਾਈਮ ਲੱਗਦਾ ਹੈਗਾ ਆ। ਥਰੂ ਆਰ ਨਿਊ ਲੈਜਿਸਲੇਸ਼ਨ ਉਹਦਾ ਟਾਈਮ ਘਟਾਇਆ ਜਾਊਗਾ। ਆਥੋਰਾਈਜ਼ੇਸ਼ਨ ਫਿਰ ਵੀ ਲੈਣੀ ਪਊਗੀ, ਓਵਰਸਾਈਟ ਹਰ ਇੱਕ ਚੀਜ਼ ਦੀ ਹੋਊਗੀ ਵੀ ਕੋਈ ਅਬਿਊਸ ਵੀ ਨਾ ਹੋਵੇ ਸਿਸਟਮ ਦੇ ਵਿੱਚ। ਤੁਹਾਡੀ ਪ੍ਰਾਈਵੇਸੀ ਵੀ ਇੰਪੋਰਟੈਂਟ ਹੈਗੀ ਆ, ਬਟ ਵੀ ਆਲਸੋ ਵਾਂਟ ਟੂ ਮੇਕ ਸ਼ੋਰ ਵੀ ਪ੍ਰਾਈਵੇਸੀ ਕੁਛ ਹੱਦ ਤੱਕ ਹੈਗੀ ਆ। ਵੀ ਡੋਂਟ ਵਾਂਟ ਟੂ ਅਲਾਉ ਕ੍ਰਿਮੀਨਲਸ ਟੂ ਹੈਵ ਦ ਸੇਮ ਪ੍ਰਾਈਵੇਸੀ ਰਾਈਟਸ ਦੈਟ ਯੂ ਨੋ ਗੁੱਡ ਸਿਟੀਜ਼ਨਸ ਹੈਵ, ਐਂਡ we want to assist the police in being able to catch them quickly. So I think it will bring us on par with the US, the UK, and ਬਾਕੀ ਜਿਹੜੇ ਵੈਸਟਰਨ ਮੁਲਕ ਹੈਗੇ ਨੇ ਉਹਨਾਂ ਕੋਲ ਆਲਰੇਡੀ ਇਸ ਤਰ੍ਹਾਂ ਦੇ ਰਜੀਮ, ਇਸ ਤਰ੍ਹਾਂ ਦੇ ਫਰੇਮਵਰਕ ਸੈੱਟ ਕੀਤਾ ਹੋਇਆ ਹੈਗਾ ਆ। ਆਪਾਂ ਬਿਹਾਈਂਡ ਹੈਗੇ ਆ। ਸੋ ਆਈ ਵੁੱਡ ਲਵ ਵੀ ਜਿਹੜੇ ਤੁਹਾਡੇ ਲਿਸਨਰਸ ਹੈਗੇ ਨੇ, ਹੁਣ ਇਹ ਡਿਬੇਟ ਕਾਫੀ ਗਰਮ ਹੋਣ ਲੱਗੀ ਹੈਗੀ ਆ ਹਾਊਸ ਆਫ ਕਾਮਨਸ ਦੇ ਵਿੱਚ ਦੁਬਾਰਾ। ਇਹ ਪਹਿਲੀ ਵਾਰ ਵੀ ਅਸੀਂ ਪਿਛਲੇ ਸਾਲ ਵੀ ਇਹ ਬਿੱਲ ਲੈ ਕੇ ਆਏ ਸੀਗੇ, ਪਰ ਕੰਸਰਵੇਟਿਵਸ ਨੇ ਇਸ ਬਿੱਲ ਦਾ ਸਾਥ ਨਹੀਂ ਦਿੱਤਾ ਸੀ। ਹੁਣ ਇਹਨੂੰ ਇੱਕ ਨਵੇਂ ਬਿੱਲ ਦੇ ਫਾਰਮ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈਗਾ ਫॉर ਆਰ ਸੈਕੰਡ ਟਰਾਈ, ਐਂਡ ਵੀ ਆਰ ਹੋਪਿੰਗ ਕਿਉਂਕਿ ਕਮੇਟੀ ਪ੍ਰੋਸੈਸ 'ਤੇ ਕੱਲ੍ਹ ਹੀ ਕਮੇਟੀ ਮੀਟਿੰਗ ਹੋਈ ਸੀਗੀ, ਐਂਡ ਕੰਸਰਵੇਟਿਵਸ ਫਿਰ ਇਸ ਦੇ ਖਿਲਾਫ ਕਾਫੀ ਗੱਲਾਂ ਕਰ ਰਹੇ ਸੀ ਪ੍ਰਾਈਵੇਸੀ ਨੂੰ ਲੈ ਕੇ। ਪਰ ਜੇ ਇਸ ਗੱਲਾਂ ਦੇ ਵਿੱਚ ਹੀ ਅਸੀਂ ਫਸੇ ਰਹਾਂਗੇ ਦੈਨ ਆਪਾਂ ਯੂ ਨੋ ਪੁਲਿਸ ਆਪਣੀ ਹਮੇਸ਼ਾ ਇੱਕ ਸਟੈਪ ਬਿਹਾਈਂਡ ਹੀ ਰਹੂਗੀ ਕ੍ਰਿਮੀਨਲਸ ਤੋਂ। ਵੀ ਨੀਡ ਟੂ ਮੇਕ ਸ਼ੋਰ ਵੀ ਉਹਨਾਂ ਕੋਲ ਵੀ ਉਹ ਅਬਿਲਿਟੀਜ਼ ਹੋਣ ਲੋਕਾਂ ਨੂੰ ਟਰੇਸ ਐਂਡ ਟਰੈਕ ਕਰਨ ਦੀਆਂ। ਰੂਬੀ ਜੀ, ਫੈਡਰਲ ਲਾਇਰਸ ਇਹ ਮੰਗ ਕਰ ਰਹੇ ਨੇਗੇ ਸਰਦਾਰ ਹਰਜੀਤ ਸਿੰਘ ਨਿੱਜਰ ਕੇਸ ਦੇ ਵਿੱਚ ਕਿ ਕੀ ਐਵੀਡੈਂਸ ਹੈ ਜੋ ਉਹਨੂੰ ਪਬਲਿਕ ਨਾ ਕੀਤਾ ਜਾਵੇ ਜਾਂ ਟਰਾਇਲ ਦੇ ਵਿੱਚ ਯੂਜ਼ ਨਾ ਕੀਤਾ ਜਾਵੇ। ਉਹਨਾਂ ਨੇ ਆਪਦੇ ਰੀਜ਼ਨਸ ਦਿੱਤੇ ਨੇਗੇ। ਕਮਿਊਨਿਟੀ ਇਸ ਚੀਜ਼ ਬਾਰੇ ਚਰਚਾ ਕਰ ਰਹੀ ਹੈਗੀ ਹੈ। ਜਿਹੜੀ ਫੈਮਲੀਜ਼ ਨੇ ਉਹਨਾਂ ਨੂੰ ਆਏ ਹੈਗਾ ਫਿਰ ਇਨਸਾਫ ਨਹੀਂ ਮਿਲਣਾ ਹੈਗਾ, ਜਸਟਿਸ ਨਹੀਂ ਮਿਲਣਾ ਹੈਗਾ। ਓਵਰਆਲ ਕਿਉਂ ਫੈਡਰਲ ਸਰਕਾਰ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ? ਅਤੇ ਉਹਨਾਂ ਨੂੰ ਇਹ ਵੀ ਹੈ ਵੀ ਜੋ ਸਭ ਕੁਛ ਵਾਪਰਿਆ, ਜਿਸ ਢੰਗ ਤਰੀਕੇ ਨਾਲ ਉਹ ਵਾਪਰਿਆ ਜੋ ਕੁਛ, ਉਹਦੇ ਬਾਰੇ ਉਹਨਾਂ ਨੂੰ ਕਹਿ ਲਓ ਵੀ ਕਲੈਰਿਟੀ ਹੋਣੀ ਚਾਹੀਦੀ। ਉਹ ਜਾਣਨਾ ਚਾਹੁੰਦੇ ਨੇਗੇ। ਜੇ ਇਹੋ ਜਿਹੀ ਇਨਫੋਰਮੇਸ਼ਨ ਨਹੀਂ ਸਾਂਝੀ ਕੀਤੀ ਜਾਊਗੀ ਤਾਂ ਉਹਨਾਂ ਨੂੰ ਲੱਗਦਾ ਵੀ ਬੜੇ ਗੈਪਸ ਆ ਜਾਣਗੇ। ਆਲਰੇਡੀ ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਉਹ ਜਵਾਬ ਲੱਭ ਰਹੇ ਨੇਗੇ। ਅਤੇ ਇਹ ਕੀ ਫੈਡਰਲ ਗਵਰਨਮੈਂਟ ਨਾਲ, ਦੀ ਸਰਕਾਰ ਨਾਲ, ਅਟਾਰਨੀ ਜਨਰਲ ਨਾਲ ਤੁਸੀਂ ਟੇਕ ਅਪ ਕਰ ਰਹੇ ਹੋ, ਇਸ ਨੂੰ ਕਿਵੇਂ ਦੇਖ ਰਹੇ ਹੋ? Yeah, so that doesn't mean ਕੋਈ ਵੀ evidence ਨਹੀਂ ਹੋਗੀ. We may still have enough evidence to get justice. That is my hope. ਪਰ ਕੁਛ ਚੀਜ਼ਾਂ ਹੁੰਦੀਆਂ ਹੈਗੀਆਂ ਨੇ ਜੋ ਸੀਸਸ
ਇਸ ਕੇਸ ਦੇ ਵਿੱਚ ਨਹੀਂ, ਕੋਈ ਵੀ ਕੇਸ ਦੇ ਵਿੱਚ ਅਲਾਉ ਨਹੀਂ ਕਰਦੀ ਹੈਗੀ ਰਿਲੀਜ਼ ਕਰਨ ਲਈ, ਕਿਉਂਕਿ ਉਹਨਾਂ ਦੇ ਜਿਹੜੇ ਸੋਰਸਿਸ ਹੁੰਦੇ ਹੈਗੇ ਆ, ਜੋ ਉਹਨਾਂ ਦੀ ਸਪਾਈ ਏਜੰਸੀ ਹੈਗੀ ਆ, they operate in a way where they want to protect ਜਿਹੜੇ ਲੋਕ ਉਹਨਾਂ ਦੇ ਲਈ ਕੰਮ ਕਰਦੇ ਹੈਗੇ ਨੇ. And so there's always information ਜਿਹੜੀ ਉਹ ਕੁਛ ਇਨਫੋਰਮੇਸ਼ਨ ਜਿਹੜੀ ਉਹ ਪਬਲਿਕ ਅਰੀਨਾ ਦੇ ਵਿੱਚ ਰਿਲੀਜ਼ ਨਹੀਂ ਕਰਨਗੇ. ਬਾਕੀ this is still happening in a court process, right? So the judge does have the ability to listen and hear information ਜਿਹੜੀ publicly release ਨਹੀਂ ਹੁੰਦੀ ਹੈਗੀ ਕੇਸ ਦੇ ਵਿੱਚ. So I wouldn't say that we should lose hope ਵੀ justice ਨਹੀਂ ਮਿਲੂਗਾ ਇਸ ਕੇਸ ਦੇ ਵਿੱਚ. ਇੱਕ ਕੁਛ ਇਨਫੋਰਮੇਸ਼ਨ ਹੈਗੀ ਆ, ਪਰ ਹਜੇ we're not at a point where I would say that ਆਪਾਂ ਫਿਰ ਵੀ successful ਨਹੀਂ ਹੋ ਸਕਦੇ. And ਜੋ ਵੀ responsible ਹੈਗੇ ਆ ਹਰਦੀਪ ਨਿੱਜਰ ਦੇ murder ਦੇ ਲਈ ਵੀ ਉਹ accountable ਨਹੀਂ ਹੋਣਗੇ. We already have some arrests. I think there will be accountability. And I will take this feedback back as well, that community ਦਾ ਇਹ ਇੱਕ concern ਹੈਗਾ ਆ, especially ਇਸ area ਦੇ ਵਿੱਚ, ਪਰ ਸਾਰੇ ਸਿੱਖਾਂ ਲਈ I think throughout Canada, ਜੋ ਕਾਫੀ ਟਾਈਮ ਤੋਂ decades ਤੋਂ ਮਹਿਸੂਸ ਕਰ ਰਹੇ ਹੈਗੇ ਨੇ ਵੀ ਇੱਕ different reason ਦੇ ਕਰਕੇ ਉਹ unsafe feel ਕਰ ਰਹੇ ਸੀਗੇ. ਜੀ, ਇਹ ਗੱਲ ਹੋਰ ਹੈ ਜੋ ਕਮਿਊਨਿਟੀ ਜਿਸ ਨੂੰ ਲੈ ਕੇ ਕਨਫਿਊਜ਼ ਹੈ, ਜੋ ਸਾਨੂੰ ਫੀਡਬੈਕ ਮਿਲਦੀ ਹੈ ਵੀ ਪਹਿਲਾਂ ਫੋਰਨ ਇੰਟਰਫੇਰੈਂਸ ਬਾਰੇ ਕੁਝ ਬਿਆਨ ਆਏ ਸੀਗੇ, ਫਿਰ ਹੁਣ ਉਹ ਬਿਆਨ ਜੋ ਹੈ ਨਾਓ ਕਰਕੇ ਚੇਂਜ ਕਰ ਦਿੱਤਾ ਗਿਆ. ਚੇਂਜ ਆਇਆ ਵੀ ਨਾਓ ਨਹੀਂ ਹੋ ਰਹੀ ਹੈਗੀ ਫੋਰਨ ਇੰਟਰਫੇਰੈਂਸ ਜਾਂ ਉਸ ਰਿਲੇਟਡ ਕ੍ਰਾਈਮ ਨਹੀਂ ਹੋ ਰਿਹਾ ਹੈਗਾ. ਤਾਂ ਲੋਕਾਂ ਨੂੰ ਇਹ ਨਹੀਂ ਸਮਝ ਆ ਰਿਹਾ ਵੀ ਪਹਿਲੀ ਗੱਲ ਨੂੰ ਮੰਨਣ ਜਾਂ ਹੁਣ ਵਾਲੀ ਨੂੰ ਮੰਨਣ. ਇੱਕ ਮਿਸਟਰਸਟ ਕਹਿ ਲਓ ਵੀ ਪੈਦਾ ਹੋ ਰਿਹਾ ਹੈਗਾ ਬਹੁਤ ਜ਼ਿਆਦਾ, ਅਤੇ ਡਾਇਲੇਮਾ ਵੀ ਹੈ, ਕਨਫਿਊਜ਼ਨ ਵੀ ਹੈ. ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਕਿਹੜੀ ਚੀਜ਼ ਸਹੀ ਹੈ, ਕਿਹੜੀ ਗਲਤ ਹੈਗੀ ਹੈ. ਦੇ ਆਰ ਲੁਕਿੰਗ ਫॉर ਕਲੈਰਿਟੀ ਵੀ ਚਾਹੇ ਜੋ ਵੀ ਗੱਲ ਹੋਵੇ, ਜੋ ਵੀ ਸਰਕਾਰ ਦੇ ਰੀਜ਼ਨਸ ਹੋਣ ਜਾਂ ਜੋ ਵੀ ਇਨਫੋਰਮੇਸ਼ਨ ਹੋਵੇ, ਮੈਰਿਟ 'ਤੇ ਉਹਨਾਂ ਨੂੰ ਪਤਾ ਤਾਂ ਲੱਗੇ ਵੀ ਅਸਲ ਕੀ ਹੈ. ਉਹਨਾਂ ਦੇ ਕਨਫਿਊਜ਼. ਤਾਂ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬੀ ਕਮਿਊਨਿਟੀ ਨੂੰ? I would say, ਮੈਂ ਇੱਕ ਸਟੇਟਮੈਂਟ ਵੀ ਕੱਢੀ ਸੀ, ਤੁਸੀਂ ਉਸ ਸਟੇਟਮੈਂਟ ਨੂੰ ਪੜ੍ਹ ਸਕਦੇ ਹੈਗੇ ਆ ਉਸ ਟਾਈਮ ਦੇ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਕਾਰਨੀ ਦਾ ਟ੍ਰਿਪ ਇੰਡੀਆ ਨੂੰ ਸੀਗਾ. CSIS ਨੇ ਹੁਣ ਫਿਰ ਦੁਬਾਰਾ ਸਟੇਟਮੈਂਟ ਦਿੱਤੀ ਹੈਗੀ ਆ that foreign interference does continue in Canada. ਉਹਦੇ different forms ਹੁੰਦੇ ਆ, different ਰੂਪ ਲੈਂਦੇ ਹੈਗੇ ਆ, different countries interfere in a different way. ਹੁਣ ਵੀ ਰਿਪੋਰਟਸ ਆ ਰਹੀਆਂ ਹੈਗੀਆਂ ਨੇ ਅਲਬਰਟਾ ਦੇ ਸੈਪਰੇਸ਼ਨ ਨੂੰ ਲੈ ਕੇ ਵੀ foreign interference and in the online space ਹੋ ਰਹੀ ਹੈਗੀ ਆ. So that is a reality we've lived with for a long time. Time to time it changes. And I think there is confusion between even ਜਿਹੜੇ ਕੁਛ ਲੋਕ ਸਮਝਾਉਣ ਦੀ ਟਰਾਈ ਕਰ ਰਹੇ ਸੀਗੇ ਵੀ ਉਹਨਾਂ ਨੇ ਕਲੈਰਿਟੀ ਦੇ ਨਾਲ ਐਕਸਪਲੇਨ ਨਹੀਂ ਕੀਤਾ. ਹੁਣ RCMP ਕਮਿਸ਼ਨਰ ਨੇ ਵੀ ਆਪਣੀ ਸਟੇਟਮੈਂਟਸ ਨੂੰ ਦੁਬਾਰਾ ਕਲੈਰੀਫਾਈ ਕੀਤਾ ਹੈਗਾ ਆ that foreign interference ਜੋ ਪਹਿਲਾਂ ਸਟੇਟਮੈਂਟ ਸੀਗੀ RCMP ਦੀ ਉਹੀ that is still true. ਪਰ ਕਾਫੀ ਕਮਿਊਨਿਟੀ ਸਪੈਸ਼ਲੀ ਇਸ ਰੀਸੈਂਟਲੀ ਕੁਛ ਟਾਊਨ ਹਾਲਸ ਹੋਏ ਸੀਗੇ, ਉਹ ਹਰੇਕ ਜਿਹੜਾ ਐਕਸਟੋਰਸ਼ਨ ਦਾ ਕੇਸ ਹੈਗਾ ਉਹਨੂੰ ਫੋਰਨ ਇੰਟਰਫੀਅਰੈਂਸ ਦੇ ਨਾਲ ਕੁਐਸਚਨ ਕਰਦੇ ਹੈਗੇ ਆ ਵੀ ਉਹ ਕੀ ਉਹ ਫੋਰਨ ਇੰਟਰਫੀਅਰੈਂਸ ਦੇ ਨਾਲ ਜਿਹੜੀਆਂ ਵੀ ਐਕਸਟੋਰਸ਼ਨਸ ਹੋ ਰਹੀਆਂ ਹੈਗੀਆਂ ਨੇ ਜੁੜਿਆ ਹੋਇਆ ਹੈਗਾ ਕਿ ਨਹੀਂ. in that regard ਆਪਣੀ law enforcement agencies ਜਿਹੜੀਆਂ on the ground investigate ਕਰ ਰਹੇ ਹੈਗੇ ਆ ਇਹਨਾਂ ਐਕਸਟੋਰਸ਼ਨ ਕੇਸਿਸ ਨੂੰ, ਉਹ ਕਹਿ ਰਹੇ ਆ ਵੀ ਉਹਨਾਂ ਨੂੰ ਕੋਈ ਡਾਇਰੈਕਟ ਲਿੰਕ ਇਸ ਵਕਤ ਉਹਨਾਂ ਕੋਲ ਕੋਈ ਐਵੀਡੈਂਸ ਨਹੀਂ ਹੈਗਾ ਕੋਈ ਡਾਇਰੈਕਟ ਲਿੰਕ ਦਾ with foreign interference ਜਿਹੜਾ ਕੋਈ ਸਟੇਟ ਲੈਵਲ ਤੋਂ ਆ ਰਿਹਾ ਹੋਵੇ ਇਹਨਾਂ ਐਕਸਟੋਰਸ਼ਨ ਕੇਸਿਸ ਦਾ. That doesn't mean be transnational organized groups nahi hege in all crimes that are happening in Canada or America or anywhere in the world. There's a link with groups jo pehla necessarily ye cheez nahi hundi si, they weren't as connected. Hun jehdi apne crime agencies crime organizations hegiyan ne they're interconnected throughout the world. ਪਹਿਲਾਂ ਜਿਹੜੇ ਗਰੁੱਪਸ ਕੈਨੇਡਾ ਦੇ ਵਿੱਚ ਹੁੰਦੇ ਸੀ ਜਾਂ ਕੈਨੇਡਾ ਦੇ ਵਿੱਚ ਵੀ ਛੱਡੋ ਜਿਹੜੇ BC 'ਚ ਹੁੰਦੇ ਸੀ ਉਹ ਕਿਤੇ ਹੋਰ ਨਹੀਂ ਹੁੰਦੇ ਸੀਗੇ, ਜੋ ਮੰਕਟਨ 'ਚ ਹੁੰਦਾ ਸੀ ਉੱਥੇ ਹੁੰਦਾ ਸੀ, ਜੋ ਮੌਂਟਰੀਅਲ 'ਚ ਉੱਥੇ ਸੀ. Now they're all interconnected. So that's a big difference for, the RCMP and for CSIS
they're tracking them in different ways. And so that is the case with ਜਿਹੜੀ extortions ਹੋ ਰਹੇ ਹੈਗੇ ਆ ਉਹਦੇ ਵਿੱਚ foreign actors ਵੀ ਹੈਗੇ ਨੇ ਜਿਹੜੇ ਇੱਥੇ temporary residents ਨੇ ਉਹ ਵੀ involved ਹੈਗੇ ਨੇ ਕੁਛ ਇੱਥੇ ਦੇ crime groups ਵੀ ਐਡਮਿੰਟਨ ਦੇ ਜਿਹੜੇ ਕੇਸ ਪ੍ਰੋਜੈਕਟ ਗੈਸਲਾਈਟ ਹੋਇਆ ਸੀਗਾ ਉਹਦੇ ਵਿੱਚ ਆਪਾਂ ਬ੍ਰਦਰਸ ਕੀਪਰਸ ਦੇ ਮੈਂਬਰਸ ਵੀ ਇਨਵੋਲਵ ਦੇਖੇ ਹੈਗੇ ਨੇ ਜੋ ਇੱਥੇ ਦਾ ਇੱਕ ਕ੍ਰਾਈਮ ਆਰਗੇਨਾਈਜੇਸ਼ਨ ਹੈਗਾ ਆ ਰਾਈਟ ਸੋ ਆਈ ਥਿੰਕ ਉਸ ਚੀਜ਼ ਨੂੰ ਸਮਝਾਉਣ ਦੇ ਵਿੱਚ ਕਾਫੀ ਕਨਫਿਊਜ਼ਨ ਹੋ ਰਹੀ ਆ ਕਿਉਂਕਿ ਛੋਟੇ ਸਟੇਟਮੈਂਟਸ ਜਦੋਂ ਉਹ ਦਿੰਦੇ ਹੈਗੇ ਆ ਵੀ ਦੇਖੋ ਕੁਛ ਚੀਜ਼ ਸਾਰੀ ਚੀਜ਼ ਨੂੰ ਫੋਰਨ ਇੰਟਰਫੀਅਰੈਂਸ ਬਣਾਉਣਾ ਚਾਹੁੰਦੇ ਹੈਗੇ ਆ ਕੁਛ ਲੋਕ ਹੈ ਨਾ ਤੇ ਦ ਰਿਐਲਿਟੀ ਇਜ਼ ਦੈਟ ਵੀ ਡੋਂਟ ਹੈਵ ਐਵੀਡੈਂਸ ਫॉर ਐਵਰੀਥਿੰਗ ਟੂ ਬੀ ਦੈਟ ਵੇ ਦੈਟ ਡਜ਼ਨਟ ਮੀਨ ਵੀ ਕੁਛ ਕੇਸਿਸ ਦੇ ਵਿੱਚ ਜਦੋਂ ਐਵੀਡੈਂਸ ਨਹੀਂ ਹੈਗਾ ਵੀ ਉਹ ਚੀਜ਼ ਨਹੀਂ ਹੈਗੀ ਐਜ਼ ਵੈਲ ਬਟ ਵੀ ਕੈਨ ਓਨਲੀ ਸਪੀਕ ਟੂ ਵਾਟ ਵੀ ਹੈਵ ਐਵੀਡੈਂਸ ਫॉर ਐਂਡ ਸੋ ਹਰਦੀਪ ਸਿੰਘ ਨਿੱਜਰ ਦੇ ਕੇਸ ਦੇ ਵਿੱਚ RCMP ਨੇ ਡੈਫੀਨੇਟਲੀ ਕਿਹਾ ਹੈਗਾ ਆ ਵੀ they have credible links and that still remains true what they said ਪਰ ਬਾਕੀ ਜੋ ਕ੍ਰਾਈਮ ਫੈਲ ਰਿਹਾ ਹੈਗਾ ਆ ਇਟਸ ਨਾਟ ਆਲ ਦੇ ਡੋਂਟ ਹੈਵ ਐਵੀਡੈਂਸ ਫॉर ਆਲ ਆਫ ਦੈਟ ਤੇ ਫੈਡਰਲ ਸਰਕਾਰ ਦੀ ਪੰਜਾਬੀ ਕਮਿਊਨਿਟੀ ਤੋਂ ਕੀ ਐਕਸਪੈਕਟੇਸ਼ਨਸ ਨੇ ਕਮਿਊਨਿਟੀ ਦੀ ਤਾਂ ਹੁੰਦੀਆਂ ਹੀ ਨੇ ਰਹਿੰਦੀਆਂ ਨੇ ਤੁਹਾਨੂੰ ਜਦੋਂ ਤੁਸੀਂ ਲੋਕਾਂ 'ਚ ਵਿਚਰਦੇ ਹੋ ਤੁਹਾਨੂੰ ਦੱਸਦੇ ਨੇ ਤਾਂ ਸਰਕਾਰ ਦੀ ਕਮਿਊਨਿਟੀ ਤੋਂ ਕੀ ਐਕਸਪੈਕਟੇਸ਼ਨਸ ਨੇ like what I said before be you know ਹਰ ਇੱਕ ਬੰਦਾ ਇੱਕ ਗੁੱਡ ਸਿਟੀਜ਼ਨ ਇੱਕ ਚੰਗੀ ਲਾਈਫ ਲਈ ਇੱਥੇ ਆਇਆ ਹੈਗਾ ਆ ਐਂਡ ਆਈਮ ਟਾਕਿੰਗ ਅਬਾਊਟ ਕਿਉਂਕਿ ਆਪਾਂ ਸ਼ੇਰੇ ਪੰਜਾਬ 'ਤੇ ਬੈਠੇ ਹੈਗੇ ਆਪਣੀ ਪੰਜਾਬੀ ਕਮਿਊਨਿਟੀ ਤੁਹਾਨੂੰ ਲਿਸਨ ਕਰਦੀ ਹੈਗੀ ਆ ਸੋ ਆਮ ਫੋਕਸਿੰਗ ਔਨ ਦੈਟ ਦੀ ਐਕਸਪੈਕਟੇਸ਼ਨ ਇਜ਼ ਦੈਟ ਯੂ ਨੋ ਵੀ ਨੋ ਦੈਟ ਇਹ ਕਮਿਊਨਿਟੀ ਬਹੁਤ ਮਿਹਨਤ ਕਰਦੀ ਹੈਗੀ ਆ is a very successful community, has really helped develop and contribute to what we are in Canada today, especially ਜਿਹੜੀ ਆਪਣੀ history ਇਸ portion of the country ਦੇ ਵਿੱਚ BC 'ਚ ਹੈਗੀ ਆ ਤੁਸੀਂ ਇਸ ਮੁਲਕ ਨੂੰ ਬਣਾਇਆ ਹੈਗਾ ਇਸ ਮੁਲਕ ਦਾ ਇੱਕ ਇੰਪੋਰਟੈਂਟ ਹਿੱਸਾ ਹੈਗੀ ਆ ਕਿਤੇ ਕਿਤੇ ਮੈਨੂੰ ਫੀਲ ਹੋ ਰਿਹਾ ਹੈਗਾ ਵੀ ਕਮਿਊਨਿਟੀ ਇਸ ਟਾਈਮ ਹੇਟ ਵੀ ਬਹੁਤ ਵੱਧ ਰਹੀ ਹੈਗੀ ਆ ਰੇਸਿਜ਼ਮ ਕਾਫੀ ਆਨਲਾਈਨ ਵੀ ਵੱਧ ਰਿਹਾ ਹੈਗਾ ਵੀ ਪੀਪਲ ਫੀਲ ਲਾਈਕ ਦੇਰ ਨਾਟ ਕੁਛ ਲੋਕ ਉਹਨਾਂ ਨੂੰ ਫੀਲ ਕਰਾ ਰਹੇ ਹੈਗੇ ਨੇ ਵੀ they're not a part of Canada. The government of Canada knows that you're a very, very important part and we wouldn't be who we are today with all the elements that make up Canada. ਪਰ ਇਹ ਵੀ ਜ਼ਰੂਰੀ ਹੈਗਾ ਵੀ ਆਪਾਂ ਆਪਣੇ ਜਦੋਂ ਆਪਾਂ ਕੋਈ ਗਲਤ ਕੰਮ ਦੇਖਦੇ ਹੈਗੇ ਆ ਵੀ ਆਪਾਂ ਆਵਾਜ਼ ਉਠਾਈਏ ਅਤੇ ਆਪਾਂ ਉਸ ਇਸ਼ੂ ਨੂੰ ਕਰੈਕਟ ਕਰਨ ਦੀ ਟਰਾਈ ਕਰੀਏ ਜਾਂ ਜਿਹੜੀ ਏਜੰਸੀਜ਼ ਇਸ ਨੂੰ ਹੈਂਡਲ ਕਰਦੀਆਂ ਨੇ ਉਹਨਾਂ ਤੱਕ ਇਹ ਇਨਫੋਰਮੇਸ਼ਨ ਪਹੁੰਚਾਈਏ ਰਿਪੋਰਟਿੰਗ ਕਰੀਏ we need to make sure that we also take active role in making Canada a good country. ਪੰਜਾਬੀ ਕਮਿਊਨਿਟੀ ਦੀ ਇੰਡੀਅਨ ਕਮਿਊਨਿਟੀ ਦੇ ਖਿਲਾਫ ਰੇਸਿਜ਼ਮ ਤੇ ਹੇਟ ਵੀ ਵੱਧ ਰਿਹਾ ਹੈਗਾ ਤੁਹਾਨੂੰ ਵੀ ਰਿਪੋਰਟਸ ਮਿਲ ਰਹੀਆਂ ਨੇਗੀਆਂ ਤੇ ਸਰਕਾਰ ਇਸ ਉੱਤੇ ਕੀ ਕੰਮ ਕਰ ਰਹੀ ਹੈ ਵੀ ਇਹ ਘਟੇ ਕਿਉਂਕਿ ਇਨਵਾਇਰਮੈਂਟ ਅਜਿਹਾ ਹੈਗਾ ਕਿ ਬਹੁਤ ਜ਼ਿਆਦਾ ਹੇਟਫੁਲ ਕਮੈਂਟਸ ਹੋ ਰਹੇ ਨੇ ਇੱਕ ਨਿੱਕੀ ਜਿਹੀ ਵੀਡੀਓ ਵਾਇਰਲ ਕਰਕੇ ਸਾਰੀ ਕਮਿਊਨਿਟੀ ਟਾਰਗੇਟ ਹੋ ਜਾਂਦੀ ਹੈਗੀ ਹੈ ਉਹ ਵਨ ਇੰਡੀਵਿਜੂਅਲ ਆਈਸੋਲੇਟਡ ਕੇਸ ਹੋ ਸਕਦਾ ਹੈਗਾ ਤਾਂ ਸਰਕਾਰ ਇਸ ਨੂੰ ਰੋਕਣ ਲਈ ਕੀ ਕਰ ਰਹੀ ਹੈ ਹਾਂਜੀ ਸੋ ਅੱਜ ਦਾ ਮੇਰਾ ਜਿਹੜਾ ਟ੍ਰਿਪ ਦਾ ਮਕਸਦ ਹੈਗਾ ਇੱਥੇ BC is mainly also to talk about ਜਿਹੜਾ ਆਪਣਾ ਕੈਨੇਡਾ ਕਮਿਊਨਿਟੀ ਸਿਕਿਉਰਿਟੀ ਪ੍ਰੋਗਰਾਮ ਹੈਗਾ ਆ ਜੋ ਆਪਣੇ ਇੰਸਟੀਟਿਊਸ਼ਨਸ ਨੂੰ ਪ੍ਰੋਟੈਕਟ ਫੰਡਿੰਗ ਮਿਲ ਸਕਦੀ ਹੈ ਪ੍ਰੋਟੈਕਸ਼ਨ ਦੇ ਲਈ ਪਰ ਦੈਟਸ ਨਾਟ ਦੀ ਓਨਲੀ ਥਿੰਗ ਅਸੀਂ ਹੇਟ ਕ੍ਰਾਈਮ ਦਾ ਵੀ ਬਿੱਲ ਲੈ ਕੇ ਆਏ ਹੈਗੇ ਆ ਉਹ ਬਿੱਲ ਇਸ ਵਕਤ ਸੈਨੇਟ ਦੇ ਵਿੱਚ ਹੈਗਾ ਆ and so that has gone through lots of processes and ਸਾਡੀ ਐਕਸਪੈਕਟੇਸ਼ਨ ਹੈ ਵੀ ਉਹ ਜਲਦ ਤੋਂ ਜਲਦ ਹੁਣ ਉਹ ਵੀ ਪਾਸ ਹੋਊਗਾ ਉਹਦੇ ਵਿੱਚ ਇੱਕ ਨਵਾਂ ਹੇਟ ਕ੍ਰਾਈਮ ਕ੍ਰਿਮੀਨਲ ਕੋਡ ਦੇ ਵਿੱਚ ਲਿਆਂਦਾ ਜਾ ਰਿਹਾ ਪਹਿਲਾਂ ਜੋ ਹੇਟ ਕ੍ਰਾਈਮ ਹੁੰਦਾ ਸੀਗਾ ਉਹਦਾ ਇੱਕ ਐਗਰਾਵੇਟਿੰਗ ਫੈਕਟਰ ਉਹਨੂੰ ਸੈਂਟੈਂਸ ਟਾਈਮ 'ਤੇ ਉਹਨੂੰ ਕੰਸੀਡਰ ਕਰਦੇ ਸੀ ਵੀ ਕੀ ਇਸ ਕ੍ਰਾਈਮ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੋਟੀਵੇਸ਼ਨ ਸੀਗਾ ਪਰ ਅਪ ਫਰੰਟ ਕੋਈ ਚਾਰਜ ਐਕਸਟਰਾ ਚਾਰਜ ਨਹੀਂ ਸੀ ਇਹਦਾ ਸੋ ਇਹਦੇ ਨਾਲ ਜਿਹੜੀ ਪੈਨਲਟੀ ਵੀ ਹੋਊਗੀ ਕਾਫੀ ਇਨਕਰੀਜ਼ ਹੈਗੀ ਆ ਸੋ ਯੂ ਕੁਡ ਫੇਸ lots of jail time and I think it's an important signal to people be ਅਸੀਂ tolerate ਨਹੀਂ ਕਰਾਂਗੇ everyone has the right to live with dignity everyone is a valuable part of Canadian society and ਜੋ hate ਫੈਲ ਰਿਹਾ ਹੈਗਾ once again I will also say be ਜਿੰਨੇ ਵੀ ਲੋਕ ਤੁਹਾਨੂੰ ਆਨਲਾਈਨ ਉਹ ਸਾਰੇ ਅਸਲੀ ਲੋਕ ਨਹੀਂ ਹੁੰਦੇ ਹੈਗੇ ਜਿਹੜੇ ਆਨਲਾਈਨ ਕਮੈਂਟਸ ਆਉਂਦੀਆਂ ਹੈਗੀਆਂ ਨੇ a lot of that are bots a lot of them come from foreign countries
are paid for by foreign countries. And so ਇਹ ਵੀ ਇੱਕ foreign interference ਦਾ ਇੱਕ ਹਿੱਸਾ ਹੈਗਾ ਆ. And so that's important to understand as well. ਪਰ I want to thank ਆਪਣੀ community ਦੇ ਵਿੱਚ ਬਹੁਤ ਲੋਕ ਇਸ ਤੇ ਕੰਮ ਕਰ ਰਹੇ ਹੈਗੇ grassroots levels ਦੇ ਵਿੱਚ. And that's important for us to continue to, show up, build awareness about who we are, what we're about, and I think we will overcome this. But it hurts me a lot too to see bijeda increase hegaya. So government renewal will continue to fund programs on the ground, jede is cheez nu narrative nu counter kar sakde ne. Ek change ਜਦੋਂ ਤੁਸੀਂ ਆਪਦਾ ਇੱਕ ਚੰਗਾ ਪਾਸਾ ਦਿਖਾਉਂਦੇ ਹੈਗੇ ਹੋ, I think we can overcome this. ਜੀ ਐਂਡ ਦੇ ਵਿੱਚ ਕੁਝ ਵੀ ਕਮਿਊਨਿਟੀ ਨੂੰ ਮੈਸੇਜ ਤੁਸੀਂ ਦੇਣਾ ਚਾਹੋਗੇ? Anji, no, I just want to, thank everybody here in BC for their, their generations of contribution to Canada. You really have shaped and created a place for many Punjabis across the country to call Canada home. And so BC ਦੇ ਵਿੱਚ ਸਾਡੇ roots ਹੈਗੇ. My husband's from BC. He's born in BC. Oh, wow. And so ਉਹਨਾਂ ਦੀ family ਦੇ ਵਿੱਚੋਂ ਜਿਹੜੇ first settlers ਸੀਗੇ ਉਹ 1902 ਦੇ ਵਿੱਚ ਆਏ ਸੀਗੇ ਇੱਥੇ Canada ਦੇ ਵਿੱਚ. And so it's important for us to share our stories. And recently we just helped fund a documentary that Stephen Purival made of ਜਿਹੜੀਆਂ ਸਿੱਖਾਂ ਦੀਆਂ contributions ਸੀਗੀਆਂ World Wars, First World War, Second World War. And I think these are really important stories to share with our kids, with Canadians at large, so that we understand kar sakan how interconnected we all are and how important every part that makes up Canada is. Secretary of State Combating Crime Ruby Sota ji, thank you so much. Thank you. Time ਦੇਣ ਵਾਸਤੇ ਆਪਦੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ, ਸ਼ੇਰੇ ਪੰਜਾਬ ਰੇਡੀਓ ਤੇ ਆਏ ਸਾਰੇ ਲਿਸਨਰਸ ਨੂੰ ਤੁਸੀਂ ਸਾਰੀ ਗੱਲਾਂ ਬਾਤਾਂ ਜਵਾਬ ਦਿੱਤੇ ਨੇ, ਜਿਹਨਾਂ ਦੇ ਸਵਾਲ ਸੀਗੇ ਦੱਸਿਆ ਹੈਗਾ. ਥੈਂਕ ਯੂ ਸੋ ਮਚ. Thank you. ਮਿਹਰਬਾਨੀ.